ਜੀ, ਇੱਕ ਮੈਂ ਨਾ ਕੰਪਿਊਟਰ ਦੀ ਵਰਕਿੰਗ ਸਮਝਾਉਣ ਵਾਸਤੇ ਉਹ ਟੋਪਿਕ ਸਟਾਰਟ ਕਰਦਾ। ਆਪਾਂ ਇੱਕ ਟੋਪਿਕ ਲੈਂਦੇ ਛੋਟਾ ਜਿਹਾ, ਬਲੋਕ ਡਾਇਗਰਾਮ ਆਫ ਕੰਪਿਊਟਰ। ਇਹਦੇ ਨਾਲ ਮੈਂ ਤੁਹਾਨੂੰ ਕੰਪਿਊਟਰ ਦੀ ਵਰਕਿੰਗ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਦੇਖੋ, ਕੰਪਿਊਟਰ ਦੇ ਡਿਵਾਈਸਿਸ ਦੀ ਗੱਲ ਆਪਾਂ ਕੱਲ੍ਹ ਕੀਤੀ ਸੀ ਕਿ ਲਾਸਟ ਕਲਾਸ ਦੇ ਵਿੱਚ, ਕਿ ਇਹਦੇ ਡਿਵਾਈਸ ਨੂੰ ਆਪਾਂ ਤਿੰਨ ਕੈਟੇਗਰੀਜ਼ ਜਾਂ ਤਿੰਨ ਯੂਨਿਟਸ ਡਿਵਾਈਡ ਕਰ ਲੈਂਦੇ ਆ। ਉਹ ਤਿੰਨ ਯੂਨਿਟਸ ਸੀਗੀਆਂ, ਇਨਪੁਟ ਯੂਨਿਟ, ਯੈਸ, ਅਤੇ ਫਿਰ ਆਊਟਪੁੱਟ ਯੂਨਿਟ, ਜਾਂ ਇਹ ਕਹਿ ਸਕਦੇ ਹਾਂ ਆਊਟਪੁੱਟ ਡਿਵਾਈਸ, ਜਿਨ੍ਹਾਂ ਤੋਂ ਸਾਨੂੰ ਰਿਜ਼ਲਟ ਮਿਲਦੇ ਨੇ, ਜਿਨ੍ਹਾਂ ਤੋਂ ਆਪਾਂ ਡਾਟਾ ਦਿੰਦੇ ਹਾਂ। ਜਿਹੜਾ ਇਹਦਾ CPU ਆ, ਉਹਦੇ ਵਿੱਚ ਆਪਾਂ ਇਹ ਕਹਿ ਦਈਏ ਕਿ 1 ਇਜ਼ ALU, ਅਰਥਮੈਟਿਕ ਐਂਡ ਲੌਜਿਕ ਯੂਨਿਟ, ਸੈਕਿੰਡ ਇਜ਼ ਕੰਟਰੋਲ ਯੂਨਿਟ। ਇਹਦੇ 'ਚ ਦੋ ਪਾਰਟ ਹੀ ਮੰਨ ਲਓ। ਅਤੇ ਅਨਦਰ ਥਿੰਗ ਇਹਦੇ ਵਿੱਚ ਹੁੰਦੀ ਆ ਰੈਮ, ਐਂਡ ਅਨਦਰ ਥਿੰਗ ਵਿੱਚ ਹੁੰਦੀ ਆ ਰੋਮ। ਇਹ ਮੈਮਰੀਜ਼ ਨੇ। ਜਦੋਂ ਅਸੀਂ ਇਨਪੁਟ ਯੂਨਿਟ ਤੋਂ ਕੋਈ ਕੰਪਿਊਟਰ ਨੂੰ ਇੰਸਟਰਕਸ਼ਨਸ ਜਾਂ ਡਾਟਾ ਦਿੰਦੇ ਹਾਂ, ਉਹ ਰੈਮ 'ਚ ਜਾਂਦਾ ਆ। ਰੈਮ ਤੋਂ ਯੈਸ, CPU ਦੇ ਅੰਦਰ ਰੈਂਡਮ ਐਕਸੈਸ ਮੈਮਰੀ ਚਲੇ ਗਿਆ। ਫਿਰ ਕੰਟਰੋਲ ਯੂਨਿਟ ਨੇ ਇਹਨਾਂ ਇੰਸਟਰਕਸ਼ਨਸ ਨੂੰ ਇੰਟਰਪ੍ਰੈਟ ਕਰਕੇ ਨਾ ਇਸ ਨੂੰ ਹੱਲ ਕਰਨ ਵਾਸਤੇ ਡਾਟਾ ਚੱਕਿਆ, ਹੱਲ ਕਰਕੇ ਰਿਜ਼ਲਟ ਇੱਥੇ ਵਾਪਸ ਭੇਜਦੇ। ਰੋਮ ਦਾ ਕੰਮ ਵਰਕਿੰਗ 'ਚ ਨਹੀਂ ਹੈ। ਰੋਮ ਦਾ ਕੰਮ ਅਲੱਗ ਤੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਇਹਦੀ ਅਲੱਗ ਤੋਂ ਇੱਕ ਲੈਸਨ ਆਊਗਾ, ਉਹਦੇ 'ਚ ਪਤਾ ਪੜ੍ਹ ਲਾਂਗੇ। ਇਹ ਮੈਮਰੀ ਇੱਦਾਂ ਦੀ ਹੈ ਜਿਹਨੂੰ ਆਪਾਂ ਰੀਡ ਓਨਲੀ ਮੈਮਰੀ ਕਹਿੰਦੇ ਹਾਂ, ਕਿ ਇਹਦੇ 'ਚ ਸਿਰਫ ਇੰਸਟਰਕਸ਼ਨਾਂ ਸਟੋਰ ਹਨ, ਇਹਨੂੰ ਰੀਡ ਕਰਦਾ ਕੰਪਿਊਟਰ। ਵੀ ਡੂ ਨਾਟ ਯੂਜ਼ ਦਿਸ ਮੈਮਰੀ ਫਾਰ ਆਵਰ ਵਰਕਸ। ਜਿਹੜਾ ਸਾਡਾ ਕੰਮ ਹੈ ਉਹ ਰੈਮ ਨਾਲ ਹੈ। ਕੰਪਿਊਟਰ ਰੈਮ ਤੋਂ ਡਾਟਾ ਅਤੇ ਇੰਸਟਰਕਸ਼ਨਾਂ ਲਈਆਂ, ਹੱਲ ਕਰਕੇ ਆਨਸਰ ਇੱਥੇ ਆ ਗਏ। ਇਹੀ ਆਨਸਰ ਸਾਨੂੰ ਮੋਨੀਟਰ ਦੇ ਦੁਆਰਾ ਸ਼ੋ ਹੋ ਜਾਂਦੇ ਨੇ। ਜੋ ਵੀ ਕੰਪਿਊਟਰ ਦੀ ਵਰਕਿੰਗ ਹੈ, ਜੋ ਰੈਮ 'ਚ ਕੰਪਿਊਟਰ ਕੰਮ ਕਰ ਰਿਹਾ, ਉਹ ਸਾਨੂੰ ਨਾਲ ਦੀ ਨਾਲ ਮੋਨੀਟਰ ਦੇ ਉੱਤੇ ਸ਼ੋ ਹੋ ਜਾਂਦੇ ਨੇ। ਇਸ ਤਰ੍ਹਾਂ ਦੀ ਕੰਪਿਊਟਰ ਦੀ ਮੋਟੀ ਜਿਹੀ ਵਰਕਿੰਗ ਹੈ। ਹੁਣ ਜਿਹੜਾ ਕੰਮ ਅਸੀਂ ਰੈਮ 'ਚ ਕੀਤਾ, ਜੇ ਅਸੀਂ ਚਾਹੁੰਦੇ ਹਾਂ ਕਿ ਉਹ ਪਰਮਾਨੈਂਟਲੀ ਸੇਵ ਕਰਨਾ ਆ, ਤਾਂ ਆਪਾਂ ਕਮਾਂਡ ਦਿੰਦੇ ਹਾਂ। ਦੈਨ ਉਹ ਕੰਮ ਇਹਦੀ ਜਿਹੜੀ ਐਕਸਟਰਨਲ ਮੈਮਰੀ ਹੈ, ਜਿਹਨੂੰ ਆਪਾਂ ਹਾਰਡ ਡਿਸਕ ਕਹਿ ਦਈਏ, ਹਾਂ ਪੈਨ ਡਰਾਈਵ ਕਹਿ ਲਓ, ਉਹ ਜਿਹੜੀ ਡਿਵਾਈਸਿਸ ਨੇ, ਲਾਈਕ ਪੈਨ ਡਰਾਈਵ, ਲਾਈਕ ਹਾਰਡ ਡਿਸਕ, ਲਾਈਕ SSD, ਉਹਦੇ ਵਿੱਚ ਸੇਵ ਹੋ ਜਾਂਦਾ ਆ। ਜੋ ਉਹਦੇ 'ਚ ਸੇਵ ਹੈ, ਉਹ ਜੇ ਆਪਾਂ ਦੇਖਣਾ ਹੋਵੇ ਤਾਂ ਉਹ ਆਪਾਂ ਪੈਨ ਡਰਾਈਵ ਤੋਂ ਵਾਪਸ ਰੈਮ 'ਚ ਲੈ ਕੇ ਆਵਾਂਗੇ। ਦੈਨ ਉਹ ਆਪਾਂ ਨੂੰ ਸਕਰੀਨ 'ਤੇ ਦਿਖਦਾ ਹੈ, ਡਾਇਰੈਕਟ ਨਹੀਂ ਦਿਖਣਾ ਹੈਗਾ। ਯਾਨੀ ਸਾਰੇ ਕੰਮ ਦਾ ਜਿਹੜਾ ਕੇਂਦਰ ਪੁਆਇੰਟ ਆ, ਉਹ ਰੈਂਡਮ ਐਕਸੈਸ ਮੈਮਰੀ ਰੈਮ ਹੈ। ਤਦੇ ਕਰਕੇ ਇਹਨੂੰ ਆਪਾਂ ਰੈਂਡਮ ਐਕਸੈਸ ਨੈਕਸਟ ਟੋਪਿਕ ਮੈਂ ਤੁਹਾਨੂੰ ਕਰਾਉਣਾ ਚਾਹੂੰਗਾ, ਜੋ ਰਿਲੇਟਡ ਟੂ ਕੰਪਿਊਟਰਸ ਤੁਹਾਡੇ ਵਾਸਤੇ ਕੰਮ ਆਊ ਅੱਗੇ ਐਜ਼ ਏ ਬੈਕਗਰਾਊਂਡ। ਇਹ ਹੈਗਾ ਨੰਬਰ ਸਿਸਟਮਸ। ਦੇਖੋ, ਇੱਕ ਨੰਬਰ ਸਿਸਟਮ ਜਿਹੜਾ ਆਪਾਂ ਕਾਮਨਲੀ ਜਾਂ ਨਾਰਮਲੀ ਯੂਜ਼ ਕਰਦੇ ਨੂੰ ਆਪਾਂ ਕਹਿੰਦੇ ਡੈਸੀਮਲ ਨੰਬਰ ਸਿਸਟਮ। ਇਹਦੇ ਵਿੱਚ 0 1 2 3 4 5 6 7 8 9 ਤੱਕ 10 ਡਿਜਿਟਸ ਨੇ, ਜਿਨ੍ਹਾਂ ਤੋਂ ਗਿਣਤੀ ਬਣਦੀ ਹੈ। 10 ਡਿਜਿਟਸ ਆਰ ਯੂਜ਼ਡ ਟੂ ਮੇਕ ਐਨੀ ਨੰਬਰ। ਕੋਈ ਵੀ ਨੰਬਰ ਹੈ, ਇਹਨਾਂ 10 ਅੰਕਾਂ ਤੋਂ ਬਣ ਜਾਂਦਾ ਆ। ਅਤੇ ਇਹ ਨੰਬਰ ਸਿਸਟਮ ਜਿਸ 'ਚ ਇਹ 10 ਡਿਜਿਟਸ ਤੋਂ ਨੰਬਰ ਬਣਦੇ ਨੇ, ਉਹ ਆਪਾਂ ਡੈਸੀਮਲ ਨੰਬਰ ਸਿਸਟਮ ਕਹਿੰਦੇ ਹਾਂ। Commonly, normally, generally, we use this number system from the beginning in all over the world। ਇਹ ਨੰਬਰ ਸਿਸਟਮ ਯੂਜ਼ ਹੁੰਦਾ ਹੈ। ਹੁਣ ਕੋਈ ਵੀ ਸੰਖਿਆ ਲਿਖਣੀ ਹੈ, ਇਹਦਾ ਜਿਹੜਾ ਜੇ ਗਿਣਤੀ ਲਿਖੀ ਤਾਂ ਆਪਾਂ ਕੀ 0 ਤੋਂ ਲੈ ਕੇ ਕਿੰਨੇ ਤੱਕ ਹੈ, ਜਿੰਨੀ ਮਰਜ਼ੀ ਸੋਚ ਲਓ, ਉਸ ਤੋਂ ਅੱਗੇ ਵੀ ਲਿਖੀ ਜਾ ਸਕਦੀ ਹੈ। ਯਾਨੀ ਜਿਹੜੀ ਗਿਣਤੀ ਹੈ ਲਿਖਣ ਵਾਸਤੇ ਆਪਾਂ ਕਹੀਏ 0 ਤੋਂ ਥੱਲੇ ਵੀ ਬਹੁਤ ਹੈ, 0 ਤੋਂ ਉੱਧਰ ਵੀ ਬਹੁਤ ਹੈ, ਇੱਧਰ ਵੀ ਇਨਫਿਨਿਟੀ ਹੈ ਨੈਗੇਟਿਵ ਨੰਬਰਾਂ ਦੀ, ਇੱਧਰ ਵੀ ਇਨਫਿਨਿਟੀ ਹੈ ਨੈਗੇਟਿਵ ਪੋਜ਼ੀਟਿਵ ਨੰਬਰਾਂ ਦੀ। ਤੋ ਕਿੰਨੀ ਵੀ ਗਿਣਤੀ ਆਪਾਂ ਲਿਖ ਸਕਦੇ ਹਾਂ ਯੂਜ਼ਿੰਗ ਦੀਜ਼ ਨੰਬਰਸ। ਇਹ ਨੰਬਰ ਸਿਸਟਮ ਇੱਕ ਹੋ ਗਿਆ ਜਿਹਨੂੰ ਆਪਾਂ ਯੂਜ਼ ਕਰਦੇ ਹਾਂ, ਜਿਹਦੀ ਸਾਨੂੰ ਆਦਤ ਹੈ। ਇੱਕ ਨੰਬਰ ਸਿਸਟਮ ਇਹਦੇ ਨਾਲ ਵਰਗਾ ਹੀ ਹੋਰ ਮੈਂ ਤੁਹਾਨੂੰ ਸਿਖਾਉਣਾਗਾ, ਉਹਨੂੰ ਆਪਾਂ ਕਹਿੰਦੇ ਹਾਂ ਬਾਈਨਰੀ ਨੰਬਰ ਸਿਸਟਮ, ਜਿਹਦਾ ਕੰਪਿਊਟਰਸ ਦੇ ਨਾਲ ਸੰਬੰਧ ਹੈ।
ਕੰਪਿਊਟਰਸ ਨਾਲ ਕੀ ਸੰਬੰਧ ਹੈ ਇਹ ਵੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇਸ ਕਲਾਸ ਦੇ ਵਿੱਚ ਹੀ। ਜਿਹੜਾ ਇਹ ਨੰਬਰ ਸਿਸਟਮ ਹੈ ਬਾਈਨਰੀ ਨੰਬਰ ਸਿਸਟਮ, ਇਹਦੇ ਵਿੱਚ ਗਿਣਤੀ ਲਿਖਣ ਵਾਸਤੇ 0 ਔਰ 1 ਸਿਰਫ 2 ਹੀ ਅੰਕਾਂ ਤੋਂ ਗਿਣਤੀ ਬਣਦੀ ਹੈ। ਕਦੇ ਤੁਸੀਂ ਪਹਿਲਾਂ ਤਾਂ ਨਹੀਂ ਪੜ੍ਹਿਆ ਹੋਣਾ। ਇਹ ਗਿਣਤੀ ਕਿਵੇਂ ਬਣੂਗੀ? ਆਹ 0 ਹੈ, ਇਹ 1 ਹੈ, 2 ਕੋਈ ਅੰਕ ਹੀ ਹੈ ਨਹੀਂ ਨਾ ਕੋਲੇ। ਜੇ 2 ਅੰਕ ਹੈ ਨਹੀਂਗਾ ਤਾਂ ਗਿਣਤੀ ਲਿਖਣ ਵਾਸਤੇ 1 0 ਇਹਨਾਂ ਅੰਕਾਂ ਨੂੰ ਆ 1 1 ਆ 1 0 0 ਆ 1 0 1 ਅਗੇਨ 1 1 0 1 1 1 1 0 0 0। ਇਹ ਗਿਣਤੀ ਕਿੰਨੀ ਲਿਖੀ ਜਾ ਸਕਦੀ ਹੈ? ਅਨੰਤ, ਨੈਗੇਟਿਵ ਵੀ ਤੇ ਪੋਜ਼ਿਟਿਵ ਵੀ। ਇਹ ਗਿਣਤੀ ਮੈਂ ਲਿਖਣ ਦਾ ਤਰੀਕਾ ਤੁਹਾਨੂੰ 0 ਤੇ 1 ਇਹਨਾਂ ਡਿਜਿਟਸ ਨੂੰ ਯੂਜ਼ ਕੀਤਾ ਜਾਂਦਾ ਆ, ਉਹਨੂੰ ਆਪਾਂ ਕਹਿੰਦੇ ਹਾਂ ਬਾਈਨਰੀ ਨੰਬਰ ਸਿਸਟਮ। ਮੈਂ ਇਹਦੇ ਸਾਹਮਣੇ ਲਿਖ ਲਵਾਂ, ਇਹ 0 ਹੈ, ਇਹ 1 ਹੈ, ਇਹ 2 ਹੈ। ਸਾਡੀ ਭਾਸ਼ਾ ਹੈ, ਇਹਨੂੰ ਆਪਾਂ ਡੈਸੀਮਲ ਨੰਬਰ ਸਿਸਟਮ ਮੰਨ ਲਈਏ। ਇਹ ਡੈਸੀਮਲ ਸਿਸਟਮ ਹੈ ਅਤੇ ਇਹ ਬਾਈਨਰੀ ਸਿਸਟਮ ਹੈ। ਆ 3 ਹੈ, ਇਹ 4 ਹੈ, ਇਹ 5 ਹੈ, ਇਹ 6 ਹੈ, ਇਹ 7 ਹੈ, 8 ਹੈ, ਇਹ 9 ਹੈ, ਇਹ 10 ਹੈ, ਇਹ 11 ਹੈ, ਇਹ 12 ਹੈ, ਇਹ 13 ਹੈ, ਇਹ 14 ਹੈ, ਇਹ 15 ਹੈ। ਐਂਡ ਕਿਤੇ ਵੀ ਨਹੀਂ ਹੈਗਾ। ਤੋ ਇਹ ਗਿਣਤੀ ਹੋ ਗਈ ਡੈਸੀਮਲ ਨੰਬਰ ਸਿਸਟਮ, ਇਹ ਹੋ ਗਈ ਬਾਈਨਰੀ ਨੰਬਰ ਸਿਸਟਮ। ਫਰਕ ਹੈ ਕਿ ਇਸ ਗਿਣਤੀ ਵਿੱਚ 0 1 2 3 4 5 6 7 8 9 ਇਹਨਾਂ ਡਿਜਿਟਸ ਦੀ ਵਰਤੋਂ ਹੁੰਦੀ ਹੈ 10 ਦੀ। ਇਹ 'ਚ ਓਨਲੀ 2 ਡਿਜਿਟਸ ਨਾਲ ਸਾਰੀ ਗਿਣਤੀ ਬਣਦੀ ਹੈ 0 ਐਂਡ 1। ਬਟ ਇਹ ਗਿਣਤੀ ਥੋੜ੍ਹੀ ਜਿਹੀ ਲੱਗਦੀ ਔਖੀ ਕਿ 3 ਥੋੜ੍ਹੀ ਆਪਾਂ ਕਹਾਂਗੇ 111 ਹੈ। ਨਹੀਂ, ਜੇ ਅਗਰ ਕੋਈ ਕਹੇ ਕਿ ਬਾਈਨਰੀ ਨੰਬਰ ਸਿਸਟਮ ਹੈ ਤਾਂ ਇਹ 111 ਨਹੀਂ ਹੈ, ਇਹ 7 ਹੈ। ਸਰ ਇਹ ਬਾਈਨਰੀ ਕੰਪਿਊਟਰ 'ਚ ਯੂਜ਼ ਹੁੰਦੀ ਹੈ? ਹਾਂ, ਮੈਂ ਹੁਣੇ ਤੁਹਾਨੂੰ ਕੋਸ਼ਿਸ਼ ਕਰਦਾ ਅੱਗੇ ਦੱਸਣ ਦੀ ਇਹਦਾ ਕੀ ਰੋਲ ਹੈ। ਯੈਸ, ਐਂ ਕਹਿ ਸਕਦੇ ਹਾਂ ਕਿ ਜੇ ਅਗਰ ਇਹ ਇੱਕ ਲੈਂਗੁਏਜ ਹੈ, ਦੂਜੀ ਲੈਂਗੁਏਜ ਹੈ, ਆਪਾਂ ਨੂੰ ਆਹ ਲੈਂਗੁਏਜ ਦੀ ਆਦਤ ਹੈਗੀ ਹੈ, ਇਹਦੀ ਕਦੇ ਆਦਤ ਨਹੀਂ ਹੈ, ਔਖੀ ਲੱਗਦੀ ਹੈ। ਡੋਂਟ ਵਰੀ, ਇਹਨੂੰ ਯਾਦ ਨਹੀਂ ਕਰਨਾ ਪੈਣਾ ਹੈਗਾ, ਇਹ ਸਿਰਫ ਸਮਝਣ ਵਾਸਤੇ ਹੀ ਹੈ। ਜਿਵੇਂ ਤੁਸੀਂ ਸਵਾਲ ਪੁੱਛਿਆ ਕਿ ਕੰਪਿਊਟਰ 'ਚ ਜ਼ਰੂਰਤ ਪੈਂਦੀ ਹੈ, ਆਨਸਰ ਹੈ ਯੈਸ। ਕਿਵੇਂ ਜ਼ਰੂਰਤ ਪੈਂਦੀ ਹੈ ਮੈਂ ਅੱਗੇ ਦੱਸਦਾ। ਹੁਣ ਜਿਹੜਾ ਕੰਪਿਊਟਰ ਹੈ, ਜਿਵੇਂ ਅਸੀਂ ਨੰਬਰ ਲਿਖਦੇ ਹਾਂ, ਆਪਾਂ ਨੂੰ ਪਤਾ ਵੀ 35 ਲਿਖਣਾ, ਆਪਾਂ 35 ਐਂ ਲਿਖ ਦਿੰਦੇ ਹਾਂ। ਕੰਪਿਊਟਰ 35 ਨੂੰ ਐਵੇਂ ਨਹੀਂ ਲਿਖੂਗਾ ਜਿਵੇਂ ਆਪਾਂ ਲਿਖਿਆ। ਕੰਪਿਊਟਰ 35 ਨੂੰ ਆਪਣੀ ਮੈਮਰੀ ਜਦੋਂ ਸਟੋਰ ਕਰੂਗਾ, ਉਹ ਇਹਨੂੰ ਬਾਈਨਰੀ ਵਿੱਚ ਸਟੋਰ ਕਰੂਗਾ, 35 ਦਾ ਬਾਈਨਰੀ ਨੰਬਰ। ਮੈਂ ਤੁਹਾਨੂੰ ਪਹਿਲਾਂ ਸਿਖਾਉਣਾ ਵੀ ਡੈਸੀਮਲ ਨੂੰ ਬਾਈਨਰੀ 'ਚ ਕਿਵੇਂ ਕਨਵਰਟ ਕਰੀਦਾ। ਜਿਵੇਂ ਇੱਥੇ ਤਾਂ ਮੈਂ ਗਿਣਤੀ ਬਣਾਤੀ, ਹੁਣ 35 ਨੂੰ ਜੇ ਮੈਂ ਡੈਸੀਮਲ ਤੋਂ ਬਾਈਨਰੀ ਕਨਵਰਟ ਕਰਨਾ ਹੋਵੇ, ਮੈਨੂੰ ਵੀ ਯਾਦ ਨਹੀਂ ਹੈਗਾ ਕਿ 35 ਦਾ ਬਾਈਨਰੀ ਨੰਬਰ ਕੀ ਬਣੂਗਾ, ਬਟ ਇਟ ਕੈਨ ਬੀ ਵੈਰੀ ਈਜ਼ੀਲੀ ਕੈਲਕੂਲੇਟਡ। ਹਾਲਾਂਕਿ ਕੈਲਕੂਲੇਟ ਕਰਨ ਦੀ ਲੋੜ ਨਹੀਂ ਪੈਂਦੀ, ਬਟ ਜਸਟ ਆਈ ਵਾਂਟ ਯੂ ਟੂ ਟੀਚ ਕਿ ਆਪਾਂ ਕਿਵੇਂ ਕੱਢਦੇ ਹਾਂ ਕਿਸੇ ਵੀ ਡੈਸੀਮਲ ਨੂੰ। ਮਤਲਬ ਮੈਂ ਹੁਣ ਇੱਥੇ ਟੌਪਿਕ ਇਹ ਫੜਨ ਲੱਗਿਆ, ਡੈਸੀਮਲ ਨੰਬਰ ਨੂੰ ਬਾਈਨਰੀ ਦੇ ਵਿੱਚ ਕਨਵਰਟ ਕਿਵੇਂ ਕਰੀਦਾ ਹੈ। ਡੈਸੀਮਲ ਨੰਬਰ ਟੂ ਬਾਈਨਰੀ ਕਨਵਰਜਨ। ਕਿਵੇਂ ਕਨਵਰਟ ਕਰੀਦਾ? ਫਾਰ ਐਗਜ਼ਾਮਪਲ ਮੈਂ 35 ਨੂੰ ਕਨਵਰਟ ਕਰਨਾ ਆ, ਤਾਂ ਤੁਸੀਂ ਕੀ ਕਰੋਗੇ? 35 ਨੂੰ 2 ਨਾਲ ਡਿਵਾਈਡ ਕਰੋਗੇ। 2 ਨਾਲ ਹੀ ਕਰਨਾ ਹੈ ਕਿਉਂਕਿ ਆਪਾਂ ਬਾਈਨਰੀ ਬਣਾਉਣਾ ਨਾ, ਬਾਈਨਰੀ ਉਹ ਨੰਬਰ ਜਿਸ 2 ਯੂਜ਼ ਹੁੰਦਾ ਆ, 2 ਵਾਲਾ। ਹੁਣ ਤੁਸੀਂ ਕਹੋਗੇ 35 2 ਨਾਲ ਡਿਵਾਈਡ ਨਹੀਂ ਹੁੰਦਾ, ਤਾਂ ਵੀ ਆਪਾਂ 2 ਨਾਲ ਡਿਵਾਈਡ ਕਰਾਂਗੇ। ਜਿਵੇਂ ਆਪਾਂ 35 ਨੂੰ 2 ਨਾਲ ਡਿਵਾਈਡ ਕਰੀਏ ਤਾਂ ਰਿਜ਼ਲਟ ਆ ਜਾਂਦਾ 17 ਦੂਣਾ 34 ਬਾਕੀ 1। ਇੱਥੇ ਆਨਸਰ ਆ ਗਿਆ 17 ਬਾਕੀ 1। ਜਿੱਦਾਂ ਐਲਸੀਐਮ ਕੱਢਦੇ ਹੋ ਉੱਦਾਂ। ਅਗੇਨ ਜਿਹੜਾ ਆਨਸਰ ਆਇਆ ਉਹਨੂੰ ਫਿਰ 2 ਨਾਲ ਡਿਵਾਈਡ ਕਰਨਾ ਆ। 2 8 ਦੂਣੀ 16 ਬਾਕੀ 1। ਜਿੰਨਾ ਆਨਸਰ ਆ ਗਿਆ 8 ਆ ਗਿਆ, ਇਹਨੂੰ ਅਗੇਨ 2 ਨਾਲ ਕਰਾਂਗੇ, ਬਾਰ-ਬਾਰ ਕਰੀ ਜਾਣਾ ਆ, ਹਾਫ ਕਰੀ ਜਾਣਾ ਆ। ਜਿਵੇਂ 2 ਨਾਲ ਕੀਤਾ 4 ਬਾਕੀ ਬਚ ਗਈ 0। ਜਦੋਂ ਆਪਾਂ 2 ਨਾਲ ਡਿਵਾਈਡ ਕਰਦੇ ਹਾਂ ਨਾ, ਰਿਮਾਈਂਡਰ ਜਿਹੜਾ ਆ ਉਹ ਜ਼ਰੂਰੀ ਹੈ ਕਿ ਜਾਂ ਤਾਂ 1 ਹੋਊਗਾ ਜਾਂ 0 ਹੋਊਗਾ। ਤੋ ਜੋ ਵੀ ਰਿਮਾਈਂਡਰਸ ਨੇ ਉਹ ਸਾਈਡ 'ਤੇ ਲਿਖੀ ਜਾਣੇ ਆ। ਜਿਹੜਾ ਆਨਸਰ ਇਹਨੂੰ ਫਿਰ 2 ਨਾਲ ਕਰਾਂਗੇ, 2 ਦੂਣੀ 4 ਬਾਕੀ 0। 2 ਨਾਲ ਫਿਰ ਕਰਾਂਗੇ 2 1 2 ਬਾਕੀ 0। ਐਂਡ 'ਤੇ 1 ਆ ਹੀ ਜਾਊਗਾ। ਮਤਲਬ ਕਿ ਹਾਫ ਕਰਦੇ ਕਰਦੇ ਐਂਡ 'ਤੇ 1 ਆਉਣਾ ਹੀ ਆਉਣਾ ਆ। ਹੁਣ ਜਿਹੜਾ ਐਂਡ 'ਤੇ 1 ਆਇਆ, ਇਹਨੂੰ ਆਪਾਂ ਇੱਥੋਂ ਉੱਪਰ ਨੂੰ ਚੱਲ ਪਈਏ। ਇਹ ਆ ਗਿਆ 1 0 0 0 1 1। ਇੱਥੋਂ ਆ ਪੜ੍ਹਿਆ ਨਾ 1 0 0 0 1 1, ਉਹੀ ਮੈਂ ਲਿਖਤਾ 1 0 0 0 1 1। ਦਿਸ ਇਜ਼ ਇਕੁਅਲ ਟੂ 35। 35 ਇਹਦੇ ਵਿੱਚ ਮੈਂ 10 ਲਿਖ ਦਿੰਦਾ। ਇਹਦਾ ਮਤਲਬ ਕਿ ਇਹ 35 ਹੈ, ਇਹਦਾ ਬੇਸ 10 ਹੈ। ਡੈਸੀਮਲ 10 ਫਾਰ ਡੈਸੀਮਲ। ਡੈਸੀਮਲ ਦਾ ਮਤਲਬ 10, ਬਾਈਨਰੀ ਦਾ ਮਤਲਬ 2। ਤੋ ਇਹਦੇ ਨੀਚੇ ਮੈਂ ਲਿਖ ਦਿੰਦਾ 2। ਇਹਦਾ ਮਤਲਬ ਕਿ ਦਿਸ ਇਜ਼ ਨਾਟ, ਇਹ ਨਹੀਂ ਹੈਗਾ ਕਿ 10 ਲੱਖ 11 ਆ। ਸਰ ਜਿਹੜਾ ਵੀ ਮਰਜ਼ੀ ਡਿਜਿਟ ਆ ਉਹਨੂੰ ਫਿਰ 2 ਨਾਲ ਹੀ ਕਰਨਾ? ਜਦੋਂ ਆਪਾਂ ਕਿਸੇ ਡੈਸੀਮਲ ਨੂੰ ਬਾਈਨਰੀ 'ਚ ਬਦਲਣਾ ਆ ਤਾਂ 2 ਨਾਲ ਹੀ ਕਰਨਾ ਆ, ਜਿਹੜਾ ਮਰਜ਼ੀ ਨੰਬਰ ਆਏ।
ਤੁਸੀਂ ਆਪਣੇ ਲੈਵਲ ਤੇ ਬਾਅਦ 'ਚ ਟਰਾਈ ਕਰਿਓ ਕਿ ਕਿਸੇ ਵੀ ਨੰਬਰ ਨੂੰ ਬਣਾ ਲੈਂਦੇ ਆ। ਜਦੋਂ ਜਿਹੜਾ ਨੰਬਰ ਡੈਸੀਮਲ ਤੋਂ ਬਾਈਨਰੀ ਬਣੂਗਾ ਉਹਦੇ ਵਿੱਚ 0 1 0 1 1 0 ਇਹਨਾਂ ਦੀ ਕੰਬੀਨੇਸ਼ਨ ਹੀ ਹੋਣੀਆਂ ਨੇ, ਹੋਰ ਕੋਈ ਡਿਜਿਟ ਨਹੀਂ ਆਣੀ ਹੈਗੀ। ਹੁਣ ਇਹਦੇ ਵਿੱਚ ਤਾਂ ਡਿਜਿਟਸ 0 ਤੋਂ ਲੈ ਕੇ 9 ਤੱਕ ਕੋਈ ਵੀ 10 ਹੋ ਸਕਦੀਆਂ ਨੇ, ਇਹਦੇ 'ਚ ਸਿਰਫ 0 ਤੇ 1 ਦੋ ਹੀ ਹੋਣਗੀਆਂ, ਇਹਨਾਂ ਤੋਂ ਇਲਾਵਾ ਹੋਰ ਨਹੀਂ ਹੋਊਗੀ। ਇਹਨੂੰ ਆਪਾਂ ਕਹਿੰਦੇ ਆ ਬਾਈਨਰੀ ਨੰਬਰ। ਇਹ ਬਾਈਨਰੀ ਨੰਬਰ ਦੀ ਵੈਲਿਊ ਕਿੰਨੀ ਹੈ? 35। ਇਹ ਵੀ 35 ਹੈ, ਇਹ ਹੈਗਾ ਡੈਸੀਮਲ ਨੰਬਰ। ਤਾਂ ਹੀ ਕਰਕੇ ਮੈਂ ਇਹਦੇ ਨੀਚੇ 10 ਪਾਤਾ, ਇੰਡੀਕੇਟ ਦੇਣ ਵਾਸਤੇ ਵੀ ਇਹ ਡੈਸੀਮਲ ਹੈ, ਇਹ ਬਾਈਨਰੀ ਹੈ, ਦੋਨੋਂ ਇਕੁਅਲ ਹੈ। ਹੁਣ ਕੰਪਿਊਟਰਸ ਜਦੋਂ ਮੈਂ 35 ਸਟੋਰ ਕਰਦਾ ਹਾਂ, ਮੈਂ 35 ਹੀ ਲਿਖਦਾ ਹਾਂ, ਨਾਟ ਵਰੀ ਕਿ ਆਪਾਂ ਨੂੰ 35 ਐਂ ਲਿਖਣਾ ਪਊਗਾ, ਆਪਾਂ 35 ਸਾਡੀ ਲੈਂਗੁਏਜ 'ਚ ਲਿਖਣਾ ਹੈ। ਤਾਂ ਕੰਪਿਊਟਰ ਜਦੋਂ ਆਪਣੀ ਮੈਮਰੀ 'ਚ ਸਟੋਰ ਕਰੂਗਾ, ਉਹ ਆਟੋਮੈਟਿਕਲੀ ਇਸ ਤਰੀਕੇ ਨਾਲ ਕਨਵਰਜਨ ਕਰਕੇ ਆਹ ਨੰਬਰ ਬਣਾ ਕੇ ਮੈਮਰੀ 'ਚ ਉਹ ਸੇਵ ਐਂ ਕਰੂਗਾ। ਯਾਨੀ ਇਹ ਕਨਵਰਜਨ ਕਰਨੀ ਆ ਜਾਵੇ ਚੰਗੀ ਗੱਲ ਹੈ, ਬਟ ਇਹ ਨਹੀਂ ਕਿ ਸਾਨੂੰ ਕੋਈ ਇਹਦੇ ਕਨਵਰਟ ਨਹੀਂ ਕਰਨਾ ਹੁੰਦਾ ਤਾਂ ਸਾਡਾ ਸਰਨਾ ਨਹੀਂ ਹੈ ਸਾਨੂੰ ਕਨਵਰਟ ਕਰਨ ਦੀ। ਅਦਰਵਾਈਜ਼ ਨੋਰਮਲੀ ਵਰਕਿੰਗ ਦੇ ਦੌਰਾਨ ਜ਼ਰੂਰਤ ਬਿਲਕੁਲ ਵੀ ਨਹੀਂ ਪੈਂਦੀ ਹੈਗੀ। ਕਨਵਰਜਨ ਆਟੋਮੈਟਿਕਲੀ ਟੇਕਸ ਪਲੇਸ ਇਨ ਦੀ ਬੈਕਗਰਾਊਂਡ। ਮੈਂ ਕਨਵਰਜਨ ਦੱਸਣ ਲੱਗਿਆ, ਇਸ ਤੋਂ ਆਪੋਜ਼ਿਟ ਕਨਵਰਜਨ ਵੀ ਦੱਸ ਦੇਵਾਂ। ਆਪਾਂ ਕੋਈ ਬਾਈਨਰੀ ਨੰਬਰ ਮਿਲਿਆ ਹੋਵੇ, ਬਾਈਨਰੀ ਨੰਬਰ ਨੂੰ ਡੈਸੀਮਲ 'ਚ ਵੀ ਕਨਵਰਟ ਕਰ ਸਕਦੇ ਹਾਂ। ਬਾਈਨਰੀ ਨੰਬਰ ਟੂ ਡੈਸੀਮਲ ਕਨਵਰਜਨ ਇਹ ਕਿਵੇਂ ਕਰਦੇ ਹਾਂ? ਜਿਵੇਂ ਸਪੋਜ਼ ਕਰੋ ਬਾਈਨਰੀ ਨੰਬਰ ਮੈਂ ਇਹੀ ਲੈ ਲੈਣਾ 100011। ਅਗਰ ਇਸ ਨੰਬਰ ਨੂੰ ਮੈਂ ਬਾਈਨਰੀ ਤੋਂ ਡੈਸੀਮਲ 'ਚ ਕਨਵਰਟ ਕਰਨਾ ਆ, ਤਾਂ ਜਿਹੜੀ ਇਹ ਆਪਾਂ ਕੀ ਕਰਨਾਗੇ, ਪਿੱਛੋਂ ਮੁਰੇ ਨੂੰ ਚੱਲਣਾ ਆ, ਫਰੋਮ ਰਾਈਟ ਟੂ ਲੈਫਟ। ਇਹ ਗੱਲ ਧਿਆਨ ਰੱਖਿਓ, ਫਰੋਮ ਰਾਈਟ ਜਾਂ ਐਂਡ ਤੋਂ ਬਿਗਨਿੰਗ ਵੱਲ ਨੂੰ, ਫਰੋਮ ਰਾਈਟ ਟੂ ਲੈਫਟ ਆਪਾਂ ਇਹਦੇ ਡਿਜਿਟਸ ਚੱਕਣੇ ਨੇ। ਪਹਿਲਾਂ ਲਾਸਟ ਡਿਜਿਟ 1 ਹੈ, ਫਿਰ ਅਗਲੀ ਡਿਜਿਟ 1 ਹੈ, ਫਿਰ ਉਸ ਤੋਂ ਅੱਗੇ 0 ਹੈ, ਫਿਰ 0, ਫਿਰ 0, ਫਿਰ 1। ਰਾਈਟ ਟੂ ਲੈਫਟ 1 by 1 ਡਿਜਿਟਸ ਨੂੰ ਐਕਚੁਅਲੀ ਕੀ ਹੁੰਦਾ, ਜਿਹੜੀ ਆਹ ਲਾਸਟ ਡਿਜਿਟ ਹੈ ਇਹਨੂੰ ਆਪਾਂ ਕਹਿੰਦੇ ਹਾਂ ਲੀਸਟ ਸਿਗਨੀਫਿਕੈਂਟ ਡਿਜਿਟ। ਇਹਨੂੰ ਮੈਂ ਨਾ ਇੱਥੇ ਲਿਖ ਵੀ ਦਿੰਦਾ, ਲੀਸਟ ਸਿਗਨੀਫਿਕੈਂਟ ਡਿਜਿਟ। ਕਿਉਂ ਕਹਿੰਦੇ ਆ ਮੈਂ ਦੱਸਦਾ। ਜਿੱਦਾਂ 35 ਹੈ, 35 ਦੇ ਵਿੱਚੋਂ ਆਪਾਂ 5 ਨੂੰ ਆਪਾਂ ਕਹਿੰਦੇ ਹਾਂ ਇਹਦੀ ਵੈਲਿਊ 5 ਹੀ ਹੈ, ਇਹਦੀ ਵੈਲਿਊ 30 ਹੈ। ਇਹ 30 ਹੈ ਨਾ, ਇਹ 5 ਹੈ ਨਾ। ਜੇ ਅਗਰ ਮੰਨ ਲਓ ਕੋਈ ਨੰਬਰ ਇੱਦਾਂ ਲਿਖਿਆ ਹੋਵੇ, ਸਪੋਜ਼ ਮੈਂ ਡੈਸੀਮਲ ਨੰਬਰ ਦੀ ਐਗਜ਼ਾਮਪਲ ਲੈ ਰਿਹਾ 237 ਹੈ, ਤਾਂ ਇਹਦੀ ਵੈਲਿਊ 7 ਹੈ, ਇਹਦੀ ਵੈਲਿਊ 30 ਹੈ, ਇਹਦੀ ਵੈਲਿਊ 200 ਹੈ। ਪਲੇਸ ਵੈਲਿਊ ਦੇ ਹਿਸਾਬ ਨਾਲ ਨਾ, ਜੇ ਇਹਦੇ ਮੂਹਰੇ ਮੰਨ ਲਓ ਮੈਂ 7 ਲਿਖ ਦੇਵਾਂ ਤਾਂ ਇਹਦੀ ਵੈਲਿਊ 7 ਨਹੀਂ ਹੈ, ਇਹਦੀ ਵੈਲਿਊ 7000 ਹੈ। ਜਿੰਨੀ ਉਹਦੀ ਪਲੇਸ, ਜਿੰਨੀ ਇਹਦੀ ਪੋਜੀਸ਼ਨ ਲੈਫਟ ਰਾਈਟ ਸਾਈਡ ਨੂੰ ਆ, ਉਨੀ ਉਹਦੀ ਵੈਲਿਊ ਘੱਟ ਹੈ। ਜਿੰਨੀ ਰਾਈਟ ਟੂ ਲੈਫਟ ਜਾਂਦੀ ਹੈ ਉਨੀ ਇਹਦੀ ਵੈਲਿਊ ਵਧੀ ਜਾਂਦੀ ਹੈ। ਇੱਥੇ ਕੀ ਵਧੀ ਹੈ, 10 into 7 ਹੈ, ਹੁਣ ਇਹਦੀ 30 ਹੋ ਗਈ, ਮਤਲਬ ਇਹਦੀ ਵੈਲਿਊ 1 ਗੁਣਾ ਹੈ, ਇਹਦੀ ਵੈਲਿਊ 10 ਗੁਣਾ ਆ। ਇਹਨੂੰ ਆਪਾਂ ਕਹਿੰਦੇ ਹਾਂ ਯੂਨਿਟ, ਇਕਾਈ। ਇਹਨੂੰ ਕਹਿੰਦੇ ਦਹਾਈ, ਟੈਨਸ। ਇਹਨੂੰ ਕਹਿੰਦੇ ਆ ਹੰਡਰਡਸ, ਇਹਨੂੰ ਕਹਿੰਦੇ ਆ ਥਾਊਜ਼ੈਂਡਸ। ਤੋ ਇਹ 7000 ਹੈ, 200 ਹੈ, 330 ਹੈ, ਅਤੇ ਇਹ 7 ਨਹੀਂ ਕਿ 3 10s ਹੈ, ਇਹ 7 ਯੂਨਿਟ ਹੈ ਇਕੱਲਾ ਹੀ ਹੈ। ਇਸ ਤਰ੍ਹਾਂ ਹੀ ਇੱਥੇ ਇਹਦੀ ਜਿਹੜੀ ਪਲੇਸ ਵੈਲਿਊ ਹੈ, ਇਹਨੂੰ ਆਪਾਂ ਸਭ ਤੋਂ ਇਹਦੀ ਸਿਗਨੀਫਿਕੈਂਸ ਸਭ ਤੋਂ ਘੱਟ ਹੈ, ਇਹਦੀ ਉਸ ਤੋਂ ਜ਼ਿਆਦਾ, ਇਹਦੀ ਉਸ ਤੋਂ ਜ਼ਿਆਦਾ, ਉਸ ਤੋਂ ਜ਼ਿਆਦਾ, ਉਸ ਤੋਂ ਜ਼ਿਆਦਾ, ਉਸ ਤੋਂ ਜ਼ਿਆਦਾ। ਜਿਹੜੀ ਆਹ ਵਾਲੀ ਬਿਟ ਹੈ, ਇਹਨੂੰ ਆਹ ਡਿਜਿਟ ਨੂੰ ਕਹਿ ਦਿੰਦੇ ਆਪਾਂ ਮੋਸਟ, ਜਿਹੜੀ ਬਿਲਕੁਲ ਲੈਫਟ ਸਾਈਡ 'ਤੇ ਸਭ ਤੋਂ ਲਾਸਟ ਵਾਲੀ ਡਿਜਿਟ ਹੈ, ਲੈਫਟ ਸਾਈਡ 'ਤੇ ਸਭ ਤੋਂ ਪਹਿਲੀ ਡਿਜਿਟ ਮੰਨ ਲਓ, ਇਹਨੂੰ ਆਪਾਂ ਕਹਿੰਦੇ ਹਾਂ ਮੋਸਟ ਸਿਗਨੀਫਿਕੈਂਟ ਡਿਜਿਟ। ਤੋ ਇਹਦੀ ਵੈਲਿਊ ਸਭ ਤੋਂ ਘੱਟ, ਇਹਦੀ ਉਸ ਤੋਂ ਜ਼ਿਆਦਾ, ਉਸ ਤੋਂ ਜ਼ਿਆਦਾ। ਕਿੰਨਾ ਫਰਕ ਹੈ? ਜੇ ਤਾਂ ਹੋਵੇ ਡੈਸੀਮਲ ਨੰਬਰ ਤਾਂ ਇਹਦੀ ਵੈਲਿਊ 10 ਦੇ ਨਾਲ ਮਲਟੀਪਲਾਈ ਹੁੰਦੀ ਹੈ, ਜਿਵੇਂ 1 ਫਿਰ 10, ਫਿਰ 10 ਗੁਣਾ ਹੋਰ ਵੱਧ ਗਈ, ਫਿਰ 10 ਗੁਣਾ ਹੋਰ ਵੱਧ ਗਈ, 10 ਦੇ ਨਾਲ ਮਲਟੀਪਲਾਈ ਹੋ ਜਾਂਦੀ ਹੈ। ਅਤੇ ਐਵੇਂ ਇਹਨਾਂ ਦੀ ਵੈਲਿਊ ਜਿਹੜੀ ਹੈ ਨਾ, ਇਹ ਹੈ, ਮੈਂ ਇੱਥੇ ਲਿਖਦਾ, ਮੈਂ ਦੁਬਾਰਾ ਨੰਬਰ ਲਿਖਦਾ 100011। ਤੋ ਜਿਹੜੀ ਇਹ ਵੈਲਿਊ ਹੈ, ਆਹ ਡਿਜਿਟ ਹੈ, ਇਹਦੀ ਪਲੇਸ ਵੈਲਿਊ 1 ਹੈ, ਇਹਦੀ ਪਲੇਸ ਵੈਲਿਊ ਉਸ ਤੋਂ ਦੁੱਗਣੀ ਕਰ ਲਓ 2 ਹੋ ਗਈ, ਇਹਦੀ ਪਲੇਸ ਵੈਲਿਊ ਉਸ ਤੋਂ ਦੁੱਗਣੀ ਹੈ 4 ਹੋ ਗਈ, ਦੁੱਗਣੀ ਹੋ ਜਾਣੀ ਹੈ। ਇਹਦੀ ਪਲੇਸ ਵੈਲਿਊ 8 ਹੋ ਗਈ, ਪਹਿਲਾਂ 1 ਸੀ, ਦੁੱਗਣੀ 2, ਉਹ ਤੋਂ ਦੁੱਗਣੀ 4, ਉਸ ਤੋਂ ਡਬਲ 8। ਇਹਦੀ ਪਲੇਸ ਵੈਲਿਊ ਹੁਣ ਕਿੰਨੀ ਹੋਊਗੀ? ਨਹੀਂ, ਡਬਲ। 1 ਤੋਂ ਦੁੱਗਣਾ 2 ਹੋ ਗਿਆ, 2 ਦੂਣਾ 4, 4 ਦੂਣੀ 8, ਹੁਣ 8 ਦੂਣੀ 16। ਇਹਦੀ ਪਲੇਸ ਵੈਲਿਊ ਹੋਊਗੀ ਫਿਰ 16 × 2 32। ਤੋ ਇਹਦੀ ਵੈਲਿਊ 1 ਹੈ,
1 ਗੁਣਾ 1 1 ਆ ਗਿਆ, ਹਾਂਜੀ ਇਹਦੀ ਵੈਲਿਊ 2 ਹੈ, 2 ਗੁਣਾ 2 ਆ ਗਿਆ, ਯਾਨੀ ਮੈਂ ਹੁਣ ਡਿਜਿਟ ਨੂੰ ਹੀ ਮਤਲਬ ਆਪਾਂ ਪਲੱਸ ਕਰਕੇ ਮਤਲਬ ਉਹਦੀ ਡਿਜਿਟ ਨੂੰ ਸਮਝ ਗਿਆ ਹੁਣ 1 ਤੇ ਆ 2, 1 ਪਲੱਸ 2 ਆ 4 ਨੂੰ ਗੁਣਾ ਕਰਾਂਗੇ 0 ਨਾਲ, ਇਹਦੀ ਵੈਲਿਊ 0 ਆ ਜਾਣੀ ਹੈ, ਜ਼ੀਰੋ ਹਾਂਜੀ ਇਹਦੀ ਵੈਲਿਊ ਵੀ 0 ਆ ਜਾਣੀ ਹੈ, ਇਹਦੀ ਵੈਲਿਊ ਵੀ 0 ਆ ਜਾਣੀ ਹੈ, ਤੇ ਆ 32 31 ਹੁਣ ਜੋੜ ਗਾ ਲਈ 32 ਤੇ 2 34 ਤੇ 1 35, ਇਹ 35 ਦੇ ਬਰਾਬਰ ਆ ਗਿਆ। ਮੈਂ ਇੱਕ ਵਾਰੀ ਫਿਰ ਸਮਝਾਉਣਾ ਹੋਰ ਤਰੀਕੇ ਨਾਲ। ਕਿਸੇ ਵੀ ਨੰਬਰ ਨੂੰ ਅਗਰ ਆਪਾਂ ਬਾਈਨਰੀ ਤੋਂ ਡੈਸੀਮਲ 'ਚ ਕਨਵਰਟ ਕਰਨਾ ਹੋਵੇ, ਉਹਦੀਆਂ ਪਲੇਸ ਵੈਲਿਊਜ਼ ਨੂੰ ਪਲੱਸ ਕਰਨਾ ਹੈ, ਪਲੇਸ ਵੈਲਿਊ ਨੂੰ ਗੁਣਾ ਕਰਨੀ ਹੈ ਪਹਿਲਾਂ ਡਿਜਿਟ ਨਾਲ। ਮੈਂ ਅਗੇਨ ਵਨ ਹੋਰ ਇੱਕ ਇਸ ਤੋਂ ਈਜ਼ੀ ਵੇ ਨਾਲ ਸਮਝਾਉਣਾ। ਜਿਸ ਤਰ੍ਹਾਂ ਮੈਂ ਫਿਰ ਇੱਕ ਨੰਬਰ ਲੈ ਲਿਆ ਕੋਈ, ਇਹ ਹੁਣ ਕਿੰਨਾ ਆਈ ਡੋਂਟ ਨੋ, ਬਟ ਮੈਂ ਕੈਲਕੂਲੇਟ ਕਰ ਲੈਣਾ ਹੈ। ਇਹਦੀ ਪਲੇਸ ਵੈਲਿਊ 2 ਦੀ ਪਾਵਰ 0 ਮੰਨ ਲਓ ਜੀ, ਇਹਦੀ ਪਲੇਸ ਵੈਲਿਊ ਹੈਗੀ ਹੈ, ਯਾਨੀ ਕਿ ਜਿਹੜੀ ਲਾਸਟ ਡਿਜਿਟ ਹੈ ਇਹਨੂੰ ਗੁਣਾ ਕਰੋ 2 ਦੀ ਪਾਵਰ 0 ਨਾਲ, ਜਿਹੜੀ ਉਸ ਤੋਂ ਨੈਕਸਟ ਡਿਜਿਟ ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 1 ਦੇ ਨਾਲ, ਜਿਹੜੀ ਆ ਹੈ ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 2 ਨਾਲ, ਫਿਰ ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 3 ਦੇ ਨਾਲ, ਫਿਰ ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 4 ਨਾਲ, ਫਿਰ ਇਹਨੂੰ ਗੁਣਾ ਕਰਾਂਗੇ 0 ਨੂੰ, 0 ਹੈ ਨਾ, ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 5 ਨਾਲ, ਪਾਵਰ ਇੱਕ ਇੱਕ ਇੰਕਰੀਜ਼ ਕਰੀ ਚਲੋ। ਇੰਕਰੀਜ਼ ਪਹਿਲਾਂ ਸਭ ਤੋਂ ਲਾਸਟ ਡਿਜਿਟ ਨੂੰ 2 ਦੀ ਪਾਵਰ 0 ਨਾਲ ਗੁਣਾ ਕੀਤੀ, ਫਿਰ ਅਗਲੀ ਡਿਜਿਟ ਨੂੰ 2 ਦੀ ਪਾਵਰ 1 ਨਾਲ, ਫਿਰ ਅਗਲੀ ਡਿਜਿਟ ਨੂੰ 2 ਦੀ ਪਾਵਰ 2 ਨਾਲ, ਫਿਰ ਅਗਲੀ ਨੂੰ 2 ਦੀ ਪਾਵਰ 3 ਨਾਲ, ਫਿਰ ਨੈਕਸਟ ਨੂੰ 2 ਦੀ ਪਾਵਰ 4 ਨਾਲ, ਫਿਰ ਨੈਕਸਟ ਨੂੰ 2 ਦੀ ਪਾਵਰ 5 ਨਾਲ, ਜਿਹੜੀ ਆ ਹੁਣ ਇਸ ਤੋਂ ਨੈਕਸਟ ਹੈ ਇਹਨੂੰ ਗੁਣਾ ਕਰਾਂਗੇ 2 ਦੀ ਪਾਵਰ 6 ਨਾਲ। ਇਹਨਾਂ ਨੂੰ ਜੋੜ ਕਰ ਲਓ, ਹੱਲ ਕਰਕੇ ਜੋੜ ਕਰ ਲਓ। 2 ਦੀ ਪਾਵਰ 0 ਹੁੰਦਾ 1, 2 ਦੀ ਪਾਵਰ 0 1, 1 ਇੰਟੂ 1 1 ਆ ਗਿਆ, 2 ਦੀ ਪਾਵਰ 1 2 ਹੈ, ਬਟ ਜਦੋਂ ਗੁਣਾ ਕਰਾਂਗੇ 0 ਨਾਲ ਤਾਂ ਆਨਸਰ 0 ਆ ਜਾਊਗਾ। ਇੱਥੇ 2 ਦੀ 4 ਗੁਣਾ 1 4 ਆ ਗਿਆ, 2 ਗੁਣਾ 2 ਦੀ ਪਾਵਰ 3 ਦਾ ਮਤਲਬ ਹੈ 2 ਇੰਟੂ 2 ਇੰਟੂ 2, 2 ਗੁਣਾ 3 ਆਪਸ 'ਚ 2 ਨੂੰ ਜੇ ਮੈਂ 3 ਨਾਲ ਗੁਣਾ ਕਰੂੰਗਾ, 2 ਨੂੰ ਆਪਸ 3 ਵਾਰੀ ਗੁਣਾ ਕਰੂੰਗਾ, 2 ਦੂਣੀ 4 4 ਦੂਣੀ 8, 8 ਆ ਗਿਆ ਨਾ, 8 ਏਕਮ 8, ਇਹਦਾ ਆਨਸਰ 8 ਆ ਗਿਆ। ਇੱਦਾਂ ਹੀ ਇਹਦਾ ਆਨਸਰ ਆ ਜਾਊਗਾ 16, ਇਹਦਾ ਆਨਸਰ ਆ ਜਾਊਗਾ 32, ਪਰ 32 ਗੁਣਾ 0 0 ਆ ਜਾਣੀ ਹੈ, ਇੱਥੇ ਆ ਜਾਣਾ 64। ਹੁਣ ਆਪਾਂ ਇਹਨੂੰ ਪਲੱਸ ਕਰ ਲਈਏ, 64 ਪਲੱਸ 6, 6 4 10 18 4 22 23 2 3 6 9, ਤੋ ਇਹਦਾ ਜਿਹੜਾ ਪਲੱਸ ਹੈ ਉਹ ਮੈਂ ਕੈਲਕੂਲੇਟ ਕਰ ਲਿਆ 93 ਆ ਗਿਆ। ਇਹਦਾ ਮਤਲਬ ਕੀ ਹੋਇਆ, ਇਹ ਜਿਹੜੀ ਵੈਲਿਊ ਮੈਂ ਲਿਖੀ ਸੀ, ਮੈਨੂੰ ਨਹੀਂ ਪਤਾ ਕਿੰਨੀ ਲਿਖੀ ਹੈ, ਬਟ ਹੁਣ ਪਤਾ ਲੱਗਿਆ ਕਿ ਦਿਸ ਇਜ਼ ਇਕੁਅਲੈਂਟ ਟੂ 93 ਇਨ ਆਵਰ ਸਿਸਟਮ, ਇਨ ਆਵਰ ਡੈਸੀਮਲ ਸਿਸਟਮ। ਤੋ 93 ਦਾ ਜੇ ਆਪਾਂ ਬਾਈਨਰੀ ਬਣਾਵਾਂਗੇ ਤਾਂ ਤੁਹਾਡਾ ਇਹ ਆ ਜਾਣਾ ਚਾਹੀਦਾ ਹੈ। ਜੇ ਮੈਂ 93 ਨੂੰ 2 ਨਾਲ ਡਿਵਾਈਡ ਕਰਕੇ ਰਿਮਾਈਂਡਰਸ ਕੱਢ ਕੇ ਬਣਾਵਾਂ ਤਾਂ 93 ਵਿਲ ਕਮ ਐਜ਼ ਦਿਸ। ਤੋ ਮੈਂ ਕਹਿ ਸਕਦਾ ਹਾਂ 1 0 1 1 1 0 1 in 2 is equal to 93 in 10, ਇੱਦਾਂ ਕਹਿ ਸਕਦੇ ਹਾਂ। ਤੋ ਹੁਣ ਤੱਕ ਜੋ ਮੈਂ ਅੱਜ ਸਿਖਾਇਆ ਉਹ ਇਹ ਸਿਖਾਇਆ ਵੀ ਨੰਬਰ ਲਿਖਣ ਦੇ 2 ਤਰੀਕੇ ਹੋ ਗਏ। ਇੱਕ ਤਰੀਕਾ ਜਿਹੜਾ ਆਪਾਂ ਕਾਮਨਲੀ ਯੂਜ਼ ਕਰਦੇ ਹਾਂ ਉਹਨੂੰ ਕਹਿੰਦੇ ਆ ਡੈਸੀਮਲ ਨੰਬਰ ਸਿਸਟਮ। ਦੂਸਰਾ ਤਰੀਕਾ ਹੋਰ ਹੈ ਜਿਹਦੇ 'ਚ 0 1 0 1 1 0 ਇਹਨਾਂ ਦੇ ਕੰਬੀਨੇਸ਼ਨਸ ਨੂੰ ਹੀ ਯੂਜ਼ ਕੀਤਾ ਜਾਂਦਾ ਆ, ਇਹਨੂੰ ਕਹਿੰਦੇ ਆ ਬਾਈਨਰੀ ਨੰਬਰ ਸਿਸਟਮ। तो we can convert, although we need not to convert it repeatedly, बस ਆਪਾਂ ਤਰੀਕਾ ਸਿੱਖਣਾ ਸੀਗਾ, we have learned it ਨਾ। ਇਹ ਇਕੱਲਾ ਇਹ ਨਹੀਂ ਕਿ ਡੈਸੀਮਲ ਪੁਆਇੰਟ ਵਾਲੇ ਨੰਬਰਾਂ ਨੂੰ ਵੀ ਆਪਾਂ ਕਨਵਰਟ ਕਰ ਸਕਦੇ ਹਾਂ, ਪੁਆਇੰਟ ਵਾਲੇ ਨੰਬਰਾਂ ਨੂੰ ਵੀ ਆਪਾਂ ਬਾਈਨਰੀ ਤੋਂ ਡੈਸੀਮਲ, ਡੈਸੀਮਲ ਤੋਂ ਬਾਈਨਰੀ ਕਨਵਰਟ ਕਰ ਸਕਦੇ ਹਾਂ, ਬਟ ਵੀ ਆਰ ਨਾਟ ਕਵਰਿੰਗ ਇਟ ਐਟ ਦਿਸ ਮੂਮੈਂਟ, ਲੋੜ ਨਹੀਂ ਹੈ। ਹੁਣ ਮੈਂ ਜਿਵੇਂ ਤੁਹਾਨੂੰ ਦੱਸ ਚੁੱਕਿਆ ਵੀ 93 ਜੇ ਮੈਂ ਟਾਈਪ ਕਰਦਾ ਹਾਂ ਮੈਮਰੀ ਵਿੱਚ, ਐਕਸਲ ਦੀ ਮੈਂ ਐਗਜ਼ਾਮਪਲ ਦਿੰਦਾ, ਐਕਸਲ ਦੇ ਵਿੱਚ ਮੈਂ ਨੰਬਰ ਲਿਖਦਾ ਜਾਂ ਕੈਲਕੂਲੇਟਰ ਦੀ ਐਗਜ਼ਾਮਪਲ ਦੇਣਾ, ਉਹ 'ਚ ਮੈਂ 93 ਲਿਖਿਆ, ਐਂਟਰ ਦੱਬਿਆ ਜਾਂ 93, ਜਦੋਂ ਉਹਦੀ ਮੈਮਰੀ ਸਟੋਰ ਹੋਊਗਾ ਤਾਂ 93 ਵਿਲ ਬੀ ਸਟੋਰਡ ਇਨਟੂ ਮੈਮਰੀ ਐਜ਼ ਦਿਸ ਫਾਰਮ, ਇਸ ਤਰ੍ਹਾਂ ਦੇ ਫਾਰਮ 'ਚ। ਹੁਣ ਕਿਉਂ ਉਹ 93 ਨੂੰ ਡਾਇਰੈਕਟਲੀ ਸਟੋਰ ਕਿਉਂ ਨਹੀਂ ਕਰ ਲੈਂਦਾ, ਮੈਂ ਸਵਾਲ ਦਾ ਜਵਾਬ ਦਊਂਗਾ ਇਹ ਸਵਾਲ ਦਾ। ਵਾਈ ਕੰਪਿਊਟਰਸ ਕੈਨ ਨਾਟ ਯੂਜ਼ ਡੈਸੀਮਲ ਨੰਬਰ ਸਿਸਟਮ। ਜਿਹੜੇ ਸੌਖੇ ਨੇ ਸਾਨੂੰ ਵੀ ਆਉਂਦੇ ਨੇ, ਉਹ ਕੰਪਿਊਟਰ ਨੂੰ ਕਿਉਂ ਨਹੀਂ ਆਉਂਦੇ ਹੈਗੇ, ਉਹ ਕਿਉਂ ਨਹੀਂ ਯੂਜ਼ ਕਰ ਸਕਦਾ, ਉਹ ਕਨਵਰਟ ਕਿਉਂ ਕਰਦਾ, ਉਹ ਮੈਮਰੀ 'ਚ ਇੱਦਾਂ ਕਿਉਂ ਸਟੋਰ ਕਰਦਾ ਹੈ। ਉਹਦਾ ਕਾਰਨ
ਜਿਹੜੀ ਕੰਪਿਊਟਰ ਦੀ ਮੈਮਰੀ ਹੈ ਉਹਦੇ ਵਿੱਚ ਇੱਦਾਂ ਜਿਹੜੇ ਡਿਵਾਈਸ ਨੇ ਨਾ ਉਹ ਇੰਟਰਨਲੀ ਇੱਦਾਂ ਦੇ ਨੇ ਕਿ ਉਹਦੇ ਵਿੱਚ ਨਿੱਕੀਆਂ ਨਿੱਕੀਆਂ ਸਵਿੱਚਸ ਲੱਗੀਆਂ ਹੋਈਆਂ ਨੇ। ਆਪਾਂ ਇਹ ਕਹਿ ਸਕਦੇ ਹਾਂ ਕਿ ਆਹ ਤਾਂ ਮੈਂ ਬਹੁਤ ਵੱਡੀ ਸ਼ਕਲ ਬਣਾਈ ਹੋਈ ਆ, ਮੈਂ ਮੰਨ ਲਓ ਜ਼ੂਮ ਕਰ ਲਿਆ, ਵੱਡਾ ਮਾਈਕਰੋਸਕੋਪ 'ਤੇ ਦਿਖਾਇਆ। ਕੰਪਿਊਟਰ ਦੀ ਕੋਈ ਵੀ ਮੈਮਰੀ ਹੈ, ਭਾਵੇਂ ਉਹ ਹਾਰਡ ਡਿਸਕ ਹੈ, ਭਾਵੇਂ ਉਹ ਰੈਮ ਹੈ, ਚਾਹੇ ਉਹ ਰੋਮ ਹੈ, ਚਾਹੇ SSD ਹੈ, ਚਾਹੇ ਪੈਨ ਡਰਾਈਵ ਹੈ, ਉਹਦੇ ਵਿੱਚ ਜਿਹੜੀ ਸਟੋਰ ਕਰਨ ਵਾਸਤੇ ਸਭ ਤੋਂ ਸਮਾਲੈਸਟ ਯੂਨਿਟ ਹੈ ਉਹਨੂੰ ਆਪਾਂ ਕਹਿੰਦੇ ਆ 1 ਡਿਜਿਟ। ਉਹਦੇ ਵਿੱਚ ਉਹ 1 ਡਿਜਿਟ ਇਨ ਕੰਪਿਊਟਰਸ ਮੈਮਰੀ, ਕੰਪਿਊਟਰ ਦੀ ਮੈਮਰੀ ਦੀ ਜਿਹੜੀ ਇੱਕ ਡਿਜਿਟ ਹੈ ਇਜ਼ ਵੈਰੀ ਸਿਮਿਲਰ ਟੂ, ਉਹ ਉੱਦਾਂ ਦੀ ਹੈ ਜਿਵੇਂ ਇੱਕ ਸਵਿੱਚ ਹੁੰਦੀ ਹੈ, ਵੈਰੀ ਸਿਮਿਲਰ ਟੂ ਏ ਸਵਿੱਚ, ਸਵਿੱਚ ਦੀ ਤਰ੍ਹਾਂ ਆ। ਸਵਿੱਚ ਜਿਹਨੂੰ ਆਪਾਂ ਔਨ ਜਾਂ ਆਫ ਕਰ ਸਕਦੇ ਹਾਂ। ਜਿਵੇਂ ਆ ਇੱਕ ਪਲੇਸ ਹੈ ਜਿੱਥੇ ਕੰਪਿਊਟਰ ਸਾਡੀ ਇੱਕ ਵੈਲਿਊ ਸਟੋਰ ਕਰੂਗਾ। ਇੱਥੇ ਵੈਲਿਊ ਸਟੋਰ ਕਰਨ ਵਾਸਤੇ ਉਹ ਪੈਨ ਜਾਂ ਪੇਪਰ ਨਹੀਂ ਯੂਜ਼ ਕਰਦਾ। ਜਿਵੇਂ ਮੇਰੇ ਕੋਲ ਇਹ ਮੈਮਰੀ ਹੈ, ਆਈ ਹੈਵ ਪੈਨ, ਮੈਂ ਡਰਾਅ ਕਰ ਸਕਦਾ ਹਾਂ, ਮੈਂ ਅੱਖਾਂ ਨਾਲ ਦੇਖ ਵੀ ਲੈਂਦਾ ਹੈ ਕਿ ਇਹ T ਹੈ, ਇਹ U ਹੈ, ਇਹ E ਹੈ, ਇਹ ਕੁਐਸਚਨ ਮਾਰਕ ਹੈ, ਇਹ 1 ਹੈ, 0 ਹੈ, ਆਈ ਕੈਨ ਸੀ। ਬਟ ਕੰਪਿਊਟਰਸ ਦਾ ਜਿਹੜਾ ਵੇ ਆਫ ਵਰਕਿੰਗ ਹੈ ਇਟ ਇਜ਼ ਨਾਟ ਲਾਈਕ ਮੀ। ਕੰਪਿਊਟਰ ਦੀ ਮੈਮਰੀ ਵਿੱਚ ਜਿਹੜੇ ਨੰਬਰ ਉਹ ਲਿਖਦਾ ਆ, ਇਹ ਕੰਪਿਊਟਰ ਡਜ਼ ਨਾਟ ਯੂਜ਼ ਪੈਨ। ਉਹ ਮੈਮਰੀ ਵਿੱਚ ਜਿਹੜੀ ਯੂਨਿਟ ਹੈ ਉਹ ਕਿੱਦਾਂ ਦੀ ਹੈ, ਉਹ ਜਿੱਥੇ ਨੰਬਰ ਸਟੋਰ ਹੋਣਾ ਆ ਉਹ ਇੱਕ ਸਵਿੱਚ ਹੈ ਜਿਹਨੂੰ ਆਪਾਂ ਔਨ ਜਾਂ ਆਫ ਕਰ ਸਕਦੇ ਹਾਂ। ਜੇ ਔਨ ਹੈ ਤਾਂ ਕੰਪਿਊਟਰ ਮੰਨ ਲੂਗਾ ਕਿ ਮੈਂ 1 ਲਿਖ ਲਿਆ, ਜੇ ਆਫ ਹੈ ਤਾਂ ਕੰਪਿਊਟਰ ਮੰਨ ਲੂਗਾ ਕਿ ਮੈਂ 0 ਲਿਖ ਲਈ। ਅਤੇ ਜੇ ਉਹਨੇ 0 ਲਿਖਣੀ ਹੈ ਤਾਂ ਸਵਿੱਚ ਆਫ ਕਰ ਦਊਗਾ, ਜੇ 1 ਲਿਖਣਾ ਤਾਂ ਸਵਿੱਚ ਔਨ ਕਰ ਦਊਗਾ। ਅਤੇ 2 ਲਿਖਣ ਵਾਸਤੇ ਉਹਦੇ ਕੋਲ ਕੋਈ ਤਰੀਕਾ ਹੀ ਹੈ ਨਹੀਂਗਾ, 3 ਲਿਖਣ ਵਾਸਤੇ ਕੋਈ ਤਰੀਕਾ ਹੀ ਹੈ ਨਹੀਂਗਾ। ਤਾਂ ਕਰਕੇ ਫਿਰ ਜਦੋਂ ਕੰਪਿਊਟਰਸ ਦੀ ਵਰਕਿੰਗ ਸਟਾਰਟ ਹੋਈ ਹੈ, ਜਦੋਂ ਕੰਪਿਊਟਰਸ ਬਣਨੇ ਸ਼ੁਰੂ ਹੋਏ, ਉਦੋਂ ਹੀ ਜਿਨ੍ਹਾਂ ਨੇ ਕੰਪਿਊਟਰ ਤਿਆਰ ਕੀਤਾ ਉਹਨੂੰ ਸਮਝ ਲੱਗ ਗਈ ਵੀ ਡੈਸੀਮਲ ਨੰਬਰ ਸਿਸਟਮ ਤਾਂ ਕੰਪਿਊਟਰ 'ਚ ਯੂਜ਼ ਨਹੀਂ ਹੋ ਸਕਦੇ, ਆ ਯੂਜ਼ ਹੋਣੇ ਆ। ਤਾਂ ਜਦੋਂ 93 ਲਿਖਦੇ ਆ ਤਾਂ ਕੰਪਿਊਟਰ ਕੀ ਕਰੂਗਾ, 93 ਵਿੱਚ ਅੰਕ ਟੋਟਲ ਕਿੰਨੇ ਆ, 1 2 3 4 5 6 7। ਤਾਂ ਹਰੇਕ ਕਿਤੇ ਮਤਲਬ ਏਦਾਂ ਹੀ ਯੂਜ਼ ਕਰਦਾ ਜਿਵੇਂ ਬਾਈਨਰੀ ਸਿਸਟਮ, ਜਿੱਦਾਂ ਲੈਪਟਾਪ 'ਚ ਹਾਂ, ਸਾਰੇ ਕੰਪਿਊਟਰ, ਸਾਰੀਆਂ ਜਿੰਨੀਆਂ ਵੀ ਇਲੈਕਟ੍ਰੋਨਿਕ ਮਸ਼ੀਨਾਂ ਨੇ, ਚਾਹੇ ਉਹ ਤੁਹਾਡਾ ਫੋਨ ਹੈ, ਚਾਹੇ ਉਹ ਕੰਪਿਊਟਰ ਹੈ, ਚਾਹੇ ਕੈਲਕੂਲੇਟਰ ਹੈ, ਚਾਹੇ ਛੋਟੀ ਮਸ਼ੀਨ ਹੈ, ਚਾਹੇ ਵੱਡੀ ਮਸ਼ੀਨ ਹੈ, ਜਿੰਨੇ ਵੀ ਇਲੈਕਟ੍ਰੋਨਿਕ ਡਿਜੀਟਲ ਡਿਵਾਈਸਿਸ ਨੇ, ਡਿਜਿਟ ਦਾ ਮਤਲਬ ਬਾਈਨਰੀ ਨੰਬਰ, ਜਿਹੜੇ ਇਲੈਕਟ੍ਰੋਨਿਕ ਡਿਜਿਟ ਹੈ ਉਹ ਬਾਈਨਰੀ ਨੰਬਰ ਹੀ ਨੇ। ਤੋ ਜਿਵੇਂ ਹੁਣ 93 ਹੈ, ਇਹਨੂੰ ਸਟੋਰ ਕਰਨ ਵਾਸਤੇ ਮੈਂ ਤਾਂ ਇਹ ਕਹੂੰਗਾ 93 ਕਿੰਨੀਆਂ ਅੰਕਾਂ ਦਾ ਨੰਬਰ ਹੈ, ਆਈ ਵਿਲ ਸੇ ਇਹ ਤਾਂ 2 ਅੰਕਾਂ ਦਾ ਨੰਬਰ ਹੈ। ਬਟ ਕੰਪਿਊਟਰ ਦੇ ਵਿੱਚ 2 ਅੰਕਾਂ 'ਚ ਸਟੋਰ ਨਹੀਂ ਹੋਣਾ, ਇਹਨੂੰ 7 ਅੰਕ ਚਾਹੀਦੇ ਨੇ ਘੱਟੋ ਘੱਟ, ਤਾਂ ਇਹ ਵੈਲਿਊ ਸਟੋਰ ਹੋਊਗੀ। ਜਿਵੇਂ ਮੈਂ ਮੰਨ ਲਓ 93 ਸਟੋਰ ਕਰਨਾ ਆ ਤਾਂ ਇਹ ਅੰਕ ਕਿੰਨੇ ਨੇ, 1 2 3 4 5 ਨਹੀਂ 6 7, ਇਹਨੂੰ ਐਟਲੀਸਟ 7 ਡਿਜਿਟਸ ਚਾਹੀਦੀਆਂ ਨੇ। ਤਾਂ ਇੱਥੇ ਸਟੋਰ ਕੀ ਹੋਊਗਾ, 1, ਮਤਲਬ ਸਵਿਚ ਔਨ ਕਰ ਦੂਗਾ। ਮੈਂ ਤਾਂ 1 ਲਿਖਤੀ, ਕੰਪਿਊਟਰ ਕੀ ਕਰੂਗਾ, ਸਵਿਚ ਔਨ ਕਰ ਦੂਗਾ, ਇਹਨੂੰ ਆਫ ਕਰ ਦੂਗਾ। ਮੈਂ ਇੱਥੇ ਆਫ ਲਿਖਿਆ, ਆਫ ਲਿਖੂਗਾ ਨਹੀਂ, ਕਰੰਟ ਨਹੀਂ ਹੋਊਗਾ, ਇਹ 'ਚ ਕਰੰਟ ਹੋਊਗਾ। ਇੱਦਾਂ ਹੀ ਇਹਨੂੰ ਵੀ ਔਨ, ਇਹਨੂੰ ਵੀ ਔਨ, ਇਹਨੂੰ ਵੀ ਔਨ, ਇਹਨੂੰ ਆਫ, ਇਹਨੂੰ ਔਨ। ਤਾਂ ਜਦੋਂ ਔਨ ਆਫ ਇੱਦਾਂ ਸਵਿਚ ਹੋਈਆਂ ਹੋਈਆਂ ਨੇ, ਕੰਪਿਊਟਰ ਇਹਨੂੰ ਪੜ੍ਹ ਵੀ ਲਊਗਾ ਵੀ ਇਹ ਔਨ ਹੈ ਤਾਂ ਇਟ ਮੀਨਸ 1 ਹੈ, ਇਹ ਆਫ ਹੈ ਤਾਂ ਇਟ ਮੀਨਸ 0 ਹੈ। ਤਾਂ ਇਸੇ ਕਰਕੇ ਕੰਪਿਊਟਰਸ ਦੇ ਵਿੱਚ ਬਾਈਨਰੀ ਨੰਬਰ ਸਿਸਟਮ ਯੂਜ਼ ਹੁੰਦੇ ਨੇ। ਕੰਪਿਊਟਰਸ ਇਸ ਤੋਂ ਇਲਾਵਾ ਹੋਰ ਕੁਛ ਲਿਖ ਹੀ ਨਹੀਂ ਸਕਦਾ। ਹੁਣ ਆਪਾਂ ਦੇਖਦੇ ਹਾਂ ਕੰਪਿਊਟਰਸ ਦੇ ਵਿੱਚ ਪਿਕਚਰਾਂ ਵੀ ਸਟੋਰ ਨੇ, ਮੂਵੀਜ਼ ਵੀ ਸਟੋਰ ਨੇ, ਅਲਫਾਬੈਟਸ ਵੀ, ਬਹੁਤ ਸਾਰੇ ਅੱਖਰ ਵੀ ਸਟੋਰ ਨੇ। ਉਹ ਸਾਰਾ ਕੁਛ ਹੈਰਾਨੀ ਹੋਣ ਦੀ ਗੱਲ ਹੈ, ਯਾਨੀ ਜੇ ਤੁਸੀਂ ਇਸ ਲੈਵਲ 'ਤੇ ਉਹ ਕਿਵੇਂ ਸਟੋਰ ਕਰਦਾ ਆ, ਉਹ ਸਾਰੇ ਕੁਛ ਨੂੰ ਬਾਈਨਰੀ ਨੰਬਰ ਸਿਸਟਮ ਦੇ ਵਿੱਚ ਹੀ ਸਟੋਰ ਕਰਦਾ। ਈਵਨ ਸਾਊਂਡ, ਕਲਰਸ, ਹਰ ਚੀਜ਼ ਦੇ ਕੋਡ ਨੰਬਰ ਨੇ। ਤਾਂ ਜਦੋਂ ਆਪਾਂ, ਜੇ ਮੰਨ ਲਓ ਮੈਂ ਰੈੱਡ ਕਲਰ ਦੀ ਕੋਈ ਚੀਜ਼ ਬਣਾਈ ਹੈ, ਰੈੱਡ ਕਲਰ ਦਿੱਤਾ, ਤਾਂ ਰੈੱਡ ਕਲਰ ਦਾ ਵੀ ਉਹਨੇ ਕੋਈ ਕੋਡ ਰੱਖਿਆ ਹੋਇਆ, ਉਹ ਕੋਡ ਹੀ ਸਟੋਰ ਕਰੂਗਾ। ਕੋਡ ਵੀ ਨੁਮੈਰਿਕ ਨੇ, ਉਹ ਨੁਮੈਰਿਕ ਵੀ ਬਾਈਨਰੀ ਨੰਬਰ ਸਿਸਟਮਸ 'ਚ ਨੇ। ਸਾਊਂਡ ਦੀ ਵੀ ਫ੍ਰੀਕੁਐਂਸੀ ਨੂੰ, ਹਰ ਉੱਚੀ ਨੀਵੀਂ ਅਲੱਗ-ਅਲੱਗ ਜਿਹੜੀਆਂ ਆਵਾਜ਼ਾਂ ਨੇ, ਉਹ ਸਾਰਿਆਂ ਦੇ ਨੁਮੈਰਿਕ ਵੈਲਿਊਜ਼ ਨੇ। ਉਹ ਨੁਮੈਰਿਕ ਵੈਲਿਊ ਨੂੰ ਹੀ ਸਟੋਰ ਕਰਦਾ ਹੈ, ਨੁਮੈਰਿਕ ਵੈਲਿਊ ਵੀ ਬਾਈਨਰੀ ਨੰਬਰ ਸਿਸਟਮ ਦੇ ਵਿੱਚ। ਜੇ ਆਪਾਂ ਕੰਪਿਊਟਰ ਦੀ ਕੋਈ ਵੀ ਮੈਮਰੀ ਚੈੱਕ ਕਰ ਲਈਏ, ਵੈਸੇ ਤਾਂ ਇੱਦਾਂ ਦਾ ਕੋਈ ਵੇ ਹੈ ਨਹੀਂ ਕਿ ਆਪਾਂ ਨੇਕ ਟਾਈ ਨਾਲ ਉਹਨੂੰ ਪੜ੍ਹ ਸਕਦੇ ਹਾਂ, ਚਾਹੇ ਰੈਮ ਹੈ, ਚਾਹੇ ਹਾਰਡ ਡਿਸਕ ਹੈ, ਚਾਹੇ ਪੈਨ ਡਰਾਈਵ ਹੈ, ਆਪਾਂ ਤੋੜ ਕੇ ਖੋਲ੍ਹ ਵੀ ਲਈਏ ਤਾਂ ਬਿਨਾਂ ਕੰਪਿਊਟਰਸ 'ਚ ਯੂਜ਼ ਕੀਤਿਓਂ, ਬਿਨਾਂ ਸੋਫਟਵੇਅਰਸ ਤੋਂ, ਬਿਨਾਂ ਕੰਪਿਊਟਰਸ ਤੋਂ ਉਹਨੂੰ ਆਪਾਂ ਰੀਡ ਨਹੀਂ ਕਰ ਸਕਦੇ ਹੈਗੇ। ਬਟ ਜੇ ਕੋਈ ਆਪਣੇ ਕੋਲ ਇੱਦਾਂ ਦੀ ਕੋਈ ਮੰਨ ਲਓ ਪਾਵਰ ਆ ਜਾਂਦੀ ਹੈ ਕਿ ਆਪਾਂ ਦੇਖ ਸਕੀਏ, ਤਾਂ ਯੂ ਵਿਲ ਸੀ ਮੈਮਰੀ ਵਿੱਚ ਕੀ ਹੈ, 0 0 1 1 0 0, ਦਿਸ ਇਜ਼ ਕੰਬੀਨੇਸ਼ਨ ਆਫ ਜ਼ੀਰੋਜ਼ ਐਂਡ ਵਨਸ ਓਨਲੀ। ਆਈ ਹੋਪ ਕਿ ਤੁਹਾਨੂੰ ਅੱਜ ਜੋ ਕੁਛ ਮੈਂ ਸਮਝਾਇਆ
ਸਮਝ ਲੱਗੀ? ਜੇ ਕੋਈ ਡਾਊਟ ਹੈ, ਕੋਈ ਕੁਐਸਚਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਕੋਈ ਹੈਗਾ ਕੁਐਰੀ ਦਿਮਾਗ 'ਚ ਆਈ ਕੁਛ? ਮੈਂ ਪੁੱਛਦਾ ਵੀਰੇ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਨੰਬਰਸ ਨੂੰ ਸਟੋਰ ਕਰ ਸਕਦੇ ਹਾਂ, ਡੈਸੀਮਲ ਨੰਬਰ ਤੋਂ ਬਾਈਨਰੀ 'ਚ ਕਨਵਰਜਨ ਆਪੇ ਹੋ ਜਾਂਦੀ ਹੈ। ਕਨਵਰਟ ਆਪਾਂ ਕਰ ਸਕਦੇ ਹਾਂ, ਪਰ ਆਪਾਂ ਨੂੰ ਕਰਨ ਦੀ ਲੋੜ ਨਹੀਂ ਪੈਂਦੀ, ਆਪਾਂ ਨੰਬਰ ਲਿਖਿਆ ਸਟੋਰ ਆਪੇ ਹੋ ਜਾਣਾ ਹੈ। ਹੁਣ ਸਵਾਲ ਇਹ ਹੈ, ਮੰਨ ਲਓ ਆਪਾਂ ਨੇ ਲਿਖਣਾ ਹੈਗਾ, ਤੁਹਾਡਾ ਨਾਮ ਕੀ ਹੈ? ਰਣਜੋਤ। ਮੰਨ ਲਓ ਮੈਂ ਐਵੇਂ ਲਿਖਿਆ, ਕੰਪਿਊਟਰ ਇਸ ਨੂੰ ਵੀ ਤਾਂ ਮੈਂ ਮੈਮਰੀ 'ਚ ਇੱਦਾਂ ਸਟੋਰ ਨਹੀਂ ਕਰ ਸਕਦਾ, ਉਹਦੇ ਕੋਲ ਡਿਜਿਟ ਹੀ ਹੈ ਨਹੀਂ ਕਿ 0 ਤੇ 1 ਤੋਂ ਇਲਾਵਾ ਹੋਰ ਕੋਈ, ਤਾਂ ਕੰਪਿਊਟਰ ਕਿਸੇ ਨਾਮ ਨੂੰ ਆਪਣੀ ਮੈਮਰੀ 'ਚ ਸਟੋਰ ਕਿਵੇਂ ਕਰੂਗਾ? ਇਹਨੂੰ ਕਨਵਰਟ ਕਰ ਲੂਗਾ ਬਾਈਨਰੀ 'ਚ, ਇਹਦਾ ਤਾਂ ਤਕਸੀਮ ਨਹੀਂ ਕਰ ਹੋਣਾ ਹੈਗਾ। ਤਾਂ ਇਹਨੂੰ ਆਪਾਂ ਕਹਿ ਲਈਏ ਟੈਕਸਟ, ਜਾਂ ਇਹਨੂੰ ਕਹਿ ਦਈਏ ਲੈਟਰਸ। ਲੈਟਰਸ ਦਾ ਮਤਲਬ ਅੱਖਰ, ਕਰੈਕਟਰਸ ਕਹਿ ਸਕਦੇ ਹਾਂ, ਕਰੈਕਟਰਸ। ਕਰੈਕਟਰ ਦਾ ਮਤਲਬ ਜਿਵੇਂ ਅੱਖਰ ਨੇ ABC, ਹੋਰ ਅਨੇਕਾਂ ਅੱਖਰ ਨੇ। ਕਰੈਕਟਰ ਨੂੰ ਕੰਪਿਊਟਰ ਕਨਵਰਟ ਨਹੀਂ ਕਰ ਸਕਦਾ। ਡਾਕੂਮੈਂਟਸ ਹੁੰਦੇ ਨੇ, ਕੋਈ ਵੀ ਲੈਟਰ ਹੁੰਦੀ ਹੈ, ਫਿਰ ਉਹ ਕਿੱਦਾਂ ਰੱਖਦਾ ਕੰਪਿਊਟਰ? ਹਾਂ, ਇਹੀ ਸਵਾਲ ਮੈਂ ਪੁੱਛ ਰਿਹਾ, ਇਹਨੂੰ ਉਹ ਕਿਵੇਂ ਕਨਵਰਟ ਕਰੂ ਬਾਈਨਰੀ 'ਚ? ਇਹਦੇ ਵਾਸਤੇ ਮੈਂ ਦੱਸਣ ਲੱਗਿਆ, ਜਿੰਨੀਆਂ ਵੀ ਇਹ ਲੈਟਰਸ ਨੇ ਲਾਈਕ RAN, ਇਹ ਸਾਰੀਆਂ ਲੈਟਰਸ ਅਲਫਾਬੈਟਸ ਨੇ, ਚਾਹੇ ਉਹ ਡਿਜਿਟਸ ਨੇ, ਚਾਹੇ ਉਹ ਸਪੈਸ਼ਲ ਕਰੈਕਟਰਸ ਨੇ, ਲਾਈਕ ਇੱਦਾਂ ਦੇ ਨਿਸ਼ਾਨ ਵੀ ਨੇ, ਇੱਦਾਂ ਦੇ ਕਿੰਨੇ ਸਾਰੇ ਨਿਸ਼ਾਨ ਨੇ, ਕੌਮਾ ਆ, ਬਿੰਦੀ ਹੈ, ਅਲਫਾ ਆ, ਬੀਟਾ ਆ, ਪਤਾ ਨਹੀਂ ਕਿੰਨੇ ਸਾਰੇ ਅੱਖਰ ਨੇ। ਜਿੰਨੇ ਵੀ ਅੱਖਰ ਕੰਪਿਊਟਰ ਯੂਜ਼ ਕਰਦਾ, ਹਰ ਅੱਖਰ ਨੂੰ ਉਹਨਾਂ ਨੇ ਆਇਡੈਂਟੀਫਾਈ ਕਰ ਲਿਆ, ਹਰ ਅੱਖਰ ਦਾ ਕੋਡ ਲਾਤਾ। ਜਾਣੀ ਈਚ ਕਰੈਕਟਰ is assigned to a code number। ਹਰ ਕਰੈਕਟਰ ਦਾ ਕੋਡ ਨੰਬਰ ਲੱਗ ਗਿਆ। ਜਿੱਦਾਂ R ਹੈ, ਇਹਦਾ ਵੀ ਕੋਡ ਹੈ, ਕੋਈ A ਦਾ ਵੀ ਕੋਈ ਕੋਡ ਹੈ। ਜਦੋਂ ਆਪਾਂ ਅੱਖਰ ਦੱਬਦੇ ਹਾਂ ਤਾਂ ਅੱਖਰ ਦਾ ਜਿਹੜਾ ਕੋਡ ਆ ਉਹ ਵੀ ਡੋਂਟ ਵਰੀ, ਸਾਨੂੰ ਯਾਦ ਨਹੀਂ ਕਰਨ ਦੀ ਲੋੜ ਪੈਣੀ ਹੈਗੀ, ਉਹ ਆਪੇ ਹੀ ਉਹਨੇ ਨੋਟ ਕੀਤੇ ਹੋਏ ਨੇ, ਆਪੇ ਹੀ ਉਹ ਯਾਦ ਰੱਖਦਾ ਹੈ ਕੰਪਿਊਟਰ। ਨਹੀਂ, ਕੋਡ ਇੱਦਾਂ ਹੋਣਗੇ, ਹੁਣ 1 0 ਤੋਂ 2 ਅੱਖਰ ਹੋ ਗਏ ਨਾ, ਫਿਰ ਕੋਡ ਐ ਨੇ। ਮੈਂ ਤੁਹਾਨੂੰ ਦੱਸ ਰਿਹਾ, ਐਕਚੁਅਲ ਕੋਡ ਹੈ A ਦਾ ਕੋਡ 65 ਹੈ, B ਕੈਪੀਟਲ ਇਹਦਾ ਕੋਡ 66 ਹੈ। ਇਹ ਐਕਚੁਅਲ ਕੋਡ ਸਟੈਂਡਰਡ ਬਣਾਇਆ ਹੋਇਆ, ਇਹ ਕੋਡ ਹਨ। C ਦਾ ਕੋਡ ਇਸ ਤੋਂ ਅੱਗੇ ਵਧਾ ਲਓ 67, D ਦਾ ਕੋਡ 68, ਇੱਦਾਂ ਹੀ ਅਪ ਟੂ Z ਦਾ ਕੋਡ ਜਿਹੜਾ ਹੈ ਇਟ ਇਜ਼ 90। ਹੁਣ ਜਦੋਂ ਮੈਂ ਰਣਜੋਤ ਲਿਖਿਆ ਤਾਂ R ਦੀ ਜਗ੍ਹਾ 'ਤੇ ਇਹਨੇ ਸਟੋਰ ਕੀ ਕੀਤਾ, ਜਿਹੜਾ R ਦਾ ਕੋਡ ਨੰਬਰ ਹੈ, ਉਹ ਕੋਡ ਨੰਬਰ ਨੂੰ ਬਾਈਨਰੀ 'ਚ ਕਨਵਰਟ ਕਰ ਲੂਗਾ। तो R will be stored as a number, A will be stored as a number, N will be stored as a number. Each character is also stored into memory as if it is a number। ਤੇ ਇਹ ਕਨਵਰਜਨ ਯਾਦ ਕਰਨ ਦੀ ਲੋੜ ਨਹੀਂ ਹੈਗੀ। ਕੋਡ ਨੇ ਇਹ ਨਾ, ਇਹ ਨੰਬਰ ਦੇ ਇਹ ਹਾਂ, ਇਹ ਕਰੈਕਟਰਸ ਦੇ ਕੋਡ ਨੇ। ਆਪਾਂ ਕਹਿ ਰਹੇ ਸੀਗੇ ਉਹਦੇ ਕੋਡ ਸਿਰਫ 1 ਜਾਂ 0 ਚ ਹੁੰਦੇ ਨੇ। ਹਾਂ, ਇਹਨੂੰ ਅੱਗੇ ਨਾ ਜਦੋਂ ਇਹਦਾ ਕੋਡ 65 ਹੈ, ਜਦੋਂ ਉਹਨੂੰ ਮੈਮਰੀ ਸਟੋਰ ਕਰੂਗਾ ਤਾਂ ਇਹਦਾ ਜਿਹੜਾ ਕੋਡ ਹੈ ਉਹ ਬਾਈਨਰੀ 'ਚ ਕਨਵਰਟ ਕਰੂਗਾ। 65 ਦਾ ਇੱਦਾਂ ਆ ਗਿਆ, ਇਹ 65 ਦਾ ਕੋਡ ਲਾਈਕ ਇੱਦਾਂ ਹੋਊਗਾ, ਮੇ ਬੀ ਇਹ ਜਾਂ ਹੋਰ ਹੈ, ਇਟ ਇਜ਼ ਲਾਈਕ ਦੈਟ। ਇੱਦਾਂ ਹੀ 66 ਦਾ ਇਟ ਇਜ਼ ਲਾਈਕ ਦੈਟ। ਤੋ ਇਹ ਕੋਡ ਨੂੰ ਡੈਸੀਮਲ 'ਚ ਨਹੀਂ, ਇਹ ਕੋਡ ਨੂੰ ਬਾਈਨਰੀ ਸਟੋਰ ਕਰ ਲੂਗਾ। ਤਾਂ ਜਦੋਂ ਮੈਂ A ਲਿਖੀ ਤਾਂ ਕੰਪਿਊਟਰ ਵਿਲ ਸਟੋਰ A ਐਜ਼ ਇਫ ਦਿਸ ਇਜ਼ ਦਿਸ ਵੈਲਿਊ। ਜੇ ਮੈਂ B ਲਿਖੀ ਇਟ ਇਜ਼ ਸਟੋਰਡ ਐਜ਼ ਦਿਸ, ਜੇ ਮੈਂ C ਲਿਖੀ ਇਟ ਇਜ਼ ਸਟੋਰਡ ਐਜ਼ ਦਿਸ ਨੰਬਰ। ਤਾਂ ਕੋਡ ਨੰਬਰ ਲਗਾਏ ਹੋਏ ਨੇ, ਬਟ ਇਹ ਡੈਸੀਮਲ 'ਚ ਮੈਂ ਲਿਖ ਦਿੱਤੇ ਆਪਣੀ ਸੌਖ ਵਾਸਤੇ। ਇਹਨਾਂ ਦੇ ਕੋਡ ਐਕਚੁਅਲੀ ਬਾਈਨਰੀ ਨੰਬਰ ਸਿਸਟਮ 'ਚ ਨੇ। ਕਲੀਅਰ ਹੈ ਗੱਲ? ਤੋ ਹੁਣ ਮੈਂ ਫਿਰ ਇੱਕ ਵਾਰੀ ਦੱਸਣਾ ਚਾਹੁੰਦਾ, ਕਲੀਅਰ ਕਰਨਾ ਚਾਹੁੰਦਾ, ਡੋਂਟ ਵਰੀ। ਜਦੋਂ ਆਪਾਂ ਕੰਪਿਊਟਰ ਯੂਜ਼ ਕਰਦੇ ਹਾਂ, ਜਿਵੇਂ ਤੁਸੀਂ ਮੰਨ ਲਓ ਨੋਟਪੈਡ ਵਿੱਚ ਕੁਝ ਟਾਈਪਿੰਗ ਜਾਂ ਕੁਛ ਵੀ ਕਿਸੇ ਵੀ ਥਾਂ 'ਤੇ ਕੋਈ ਟਾਈਪਿੰਗ ਕਰਦੇ ਹਾਂ, ਸਾਨੂੰ ਇਹ ਰਿਮੈਂਬਰ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਇਹਦਾ ਕੋਡ ਕੀ ਹੈ, B ਦਾ ਕੋਡ ਕੀ ਹੈ। ਇਹ ਸਾਰਾ ਕੁਛ ਬੈਕਗਰਾਊਂਡ 'ਤੇ ਆਟੋਮੈਟਿਕਲੀ ਕਨਵਰਜਨਸ ਹੋ ਜਾਂਦੇ ਨੇ। ਆਪਾਂ ਆਪਣੀ ਵੈਲਿਊ ਲਿਖਦੇ ਹਾਂ, ਟਾਈਪਿੰਗ ਕਰਦੇ ਹਾਂ, ASDF ਜੋ ਵੀ ਆਪਾਂ ਲਿਖਣਾ ਲਿਖਦੇ ਹਾਂ, ਉਹ ਆਪਣੇ ਆਪ ਸਾਡੇ ਕਰੈਕਟਰਸ ਨੂੰ ਕੋਡ ਵਿੱਚ ਕਨਵਰਟ ਕਰਕੇ ਆਪੇ ਸਟੋਰ ਕਰੀ ਜਾਂਦਾ ਹੈ। ਬਸ ਇਹ ਮੈਂ ਜਿਹੜੀ ਗੱਲ ਦੱਸੀ ਹੈ, ਦਿਸ ਇਜ਼ ਜਸਟ ਫਾਰ ਦੀ ਸੇਕ ਆਫ ਨੌਲੇਜ, ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਜਿਹੜੇ ਕਰੈਕਟਰਸ ਨੇ, ਤੁਹਾਡੇ ਜਿਹੜੇ ਅੱਖਰ ਨੇ, ਉਹ ਮੈਮਰੀ ਵਿੱਚ ਕੋਡ ਬਾਈਨਰੀ 'ਚ ਬਣਾ ਕੇ ਸਟੋਰ ਹੋ ਜਾਂਦੇ ਨੇ। ਤੋ ਤਦੀ ਮੈਂ ਫਿਰ ਵਾਪਸ ਉਸ ਥੋੜ੍ਹੀ ਜਿਹੀ ਪਹਿਲਾਂ ਗੱਲ ਮੈਂ ਦੱਸੀ ਸੀ, ਜਿਹੜੀ ਸਾਊਂਡ, ਪਿਕਚਰ, ਆਡੀਓ, ਵੀਡੀਓ, ਐਵਰੀਥਿੰਗ ਇਜ਼ ਸਟੋਰਡ ਇਨ ਦੀ ਫਾਰਮ ਆਫ ਬਾਈਨਰੀ ਨੰਬਰਸ। ਹਰ ਚੀਜ਼ ਨੂੰ ਕੋਡਿੰਗ ਕੀਤੀ ਗਈ ਹੈ। ਉਹ ਕੋਡਿੰਗ ਹੁੰਦੀ ਆਟੋਮੈਟਿਕਲੀ ਹੈ। ਜਦੋਂ ਤੁਸੀਂ ਫੋਨ ਕੈਮਰੇ ਤੋਂ ਫੋਟੋ ਖਿੱਚੀ, ਉਹ ਫੋਟੋ ਜਦੋਂ ਸਟੋਰ ਹੋਈ, ਉਹ ਫੋਟੋ ਵੀ ਜਦੋਂ ਸਟੋਰ ਹੋਈ ਤਾਂ 00001 ਇਹਦੇ ਕੰਬੀਨੇਸ਼ਨ 'ਚ ਹੀ ਸਟੋਰ ਹੋਈ। ਉਹਦੇ ਵਿੱਚ ਇੱਕ ਛੋਟਾ ਜਿਹਾ ਪੁਆਇੰਟ ਹੈ, ਇਹਨੂੰ ਆਪਾਂ ਪਿਕਸਲ ਕਹਿੰਦੇ ਹਾਂ, ਅੱਗੇ ਆਪਾਂ ਕਰ ਲਾਂਗੇ।
ਉਸ ਪਿਕਸਲ ਨੂੰ ਕਿਸ ਲੋਕੇਸ਼ਨ ਤੇ ਕਿਹੜਾ ਪਿਕਸਲ ਦਾ ਕਿਹੜਾ ਕਲਰ ਹੈ, ਹਰ ਚੀਜ਼ ਉਹਨੇ ਪਿਕਸਲ ਇਕੱਠੇ ਹੋ ਕੇ ਸਟੋਰ ਹੁੰਦੀ ਹੈ। ਜੀ ਬਾਕੀ ਆਪਾਂ ਕੰਮ ਕੱਲ ਕਰਦੇ ਹਾਂ। ਤੁਸੀਂ ਤੁਹਾਡਾ ਟਾਈਮਿੰਗ ਨਾ ਜਿਹੜਾ ਕਲਾਸ ਦਾ ਉਹ 9 o'clock ਹੈ। Fine, ਸਹੀ। ਯੂ ਟਰਾਈ ਟੂ ਰੀਚ ਐਟ 9 o'clock। ਅੱਜ ਵੀ ਤੁਸੀਂ ਲੇਟ ਆਏ ਹੋ।